ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਕਲਾਸ ਵਿੱਚ ਜੋ ਇੱਕ ਸਵਾਲ ਸਾਡੇ ਸਾਹਮਣੇ ਆਇਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੇ ਉਹਨਾਂ ਨੇ 3 ਕਰੋੜ ਤੋਂ ਵੱਧ ਲੋਕਾਂ ਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਸੀ, ਉਹਨਾਂ ਨੂੰ ਲੜ ਲਾਇਆ ਸੀ। ਪਰ ਅੱਜ ਸਾਡੇ ਹਾਲਾਤ ਐਸੇ ਹਨ ਕਿ ਸਾਡੀ ਗਿਣਤੀ 2 ਕਰੋੜ ਤੋਂ ਵੀ ਘੱਟ ਕਹੀ ਜਾ ਸਕਦੀ ਹੈ ਜਾਂ ਉਹਦੇ ਨੇੜੇ ਤੇੜੇ ਹੈ। ਇਸ ਦੌਰਾਨ ਵਿੱਚ ਇਸ ਗਿਣਤੀ ਨੂੰ ਘਟਣ ਦੇ ਕਾਰਨ ਔਰ ਅੱਜ ਉਸ ਪ੍ਰਚਾਰ ਦਾ ਕੀ ਸਟੈਂਡਰਡ ਹੈ, ਕੀ ਸਟੇਟਸ ਹੈ, ਇਹਨਾਂ ਦੇ ਨਾਲ ਜੁੜੇ ਹੋਏ ਮਸਲੇ ਵੀ ਤੇਜਿੰਦਰ ਸਿੰਘ ਜੀ ਇੱਕ ਆਰਟੀਕਲ ਦੇ ਰਾਹੀਂ ਸਾਡੇ ਨਾਲ ਸਾਂਝੇ ਕਰਨਗੇ। ਉਸ ਤੋਂ ਬਾਅਦ ਸੰਗਤ ਦੇ ਜੋ ਇਨਪੁਟ ਹੋਣਗੇ ਉਹਨਾਂ ਦੀ ਸੁਜੈਸ਼ਨ ਔਰ ਉਹਨਾਂ ਦੇ ਕਮੈਂਟਸ ਲਏ ਜਾਣਗੇ। ਸੋ ਮੈਂ ਵੀਰ ਤੇਜਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਜੀ ਕਿ ਉਹ ਅੱਜ ਦਾ ਵਿਚਾਰ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਪਿਛਲੇ ਹਫਤੇ ਦੇ ਅੰਦਰ ਇਹ ਕੁਐਸਚਨ ਕਾਫੀ ਜਿਹੜੇ ਵੀਰਾਂ ਨੇ ਜਿਹੜੇ ਮੌਜੂਦਾ ਹਾਲਾਤਾਂ ਦੇ ਨਾਲ ਕੰਸਰਨਡ ਹਨ ਤੇ ਉਹਨਾਂ ਨੇ ਰੇਸ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਜੋ 3.5 ਕਰੋੜ ਅਸੀਂ ਸਿੱਖੀ ਦੀ ਗੱਲ ਕਰਦੇ ਆ ਤੇ ਉਹ ਮਤਲਬ ਹੁਣ ਉਹ ਜਿਹੜੇ 3.5 ਕਰੋੜ ਸਨ ਉਹ ਕਿੱਥੇ ਗਏ ਤੇ ਮੌਜੂਦਾ ਜਿਹੜੀ ਹਾਲਾਤ ਹੈ ਉਸ ਨੂੰ ਅਸੀਂ ਕਿਵੇਂ ਦੇਖਦੇ ਆ, ਇਹ ਉਸ ਤੋਂ ਲਾ ਕੇ ਹੁਣ ਤੱਕ ਜਿਹੜੀ ਹੈ ਇਹ ਸਿਚੁਏਸ਼ਨ ਕਿਵੇਂ ਪਹੁੰਚੀ। तो मैं आप जी नाल आज एक आर्टिकल शेयर कर रहा जो एक बड़े ही जड़े सुलझे हुए मलेशिया के जड़े लेखक हैं डॉक्टर करमिंदर सिंह जी उन्होंने लेख है और जिसनों पंजाबी दे विच जड़ा ट्रांसलेशन गुरचरण सिंह जी जीवन वाला ने किया है। तो मैं आप जी नाल जो उन्होंने विचार हैं आप जी नाल शेयर करदा और मैनूं आस है कि काफ़ी हद तक जड़ियां साडियां जड़ियां खदशे हैं कि ये सिचुएशन इत्थे किवें पहुंची ते उन्हां दे पहले ही गल ये कही हैगी कि गुरु नानक पातशाह दी जिहड़ी सिक्खी सी उसनूं हाईजैक किया गया, उसनूं उधालिया गया। तो वो शुरू करते हैं कि बाबा नानक तू नंगे पैरी 1000 किलोमीटर का पैंडा तय किया, मारूथला अते जंगल बेलियां विचों दी लंघदा होया, सप्पां अते ठूहियां दी नूं मिधदा होया, शेर बघेरियां नाल लड़दा होया, तत्तियां अते बर्फीलियां हवावां नूं अखों परोखे करदा होया, पाटियां अड्डियां अते लीरो लीर होए कपड़ियां नाल दूर दूर तक ठोका दे के उगवणों ते आथवनों नौखंड पृथ्वी सब चुकाई, जग अंदर कुदरत वरताई, चढ़िया सोधन धरत लुकाई, जो भाई गुरदास जी ने लिखा है। पर अज तेरे पैरोकारां ने ਤੁਹਾਨੂੰ ਸੋਧ ही दिता है किवें। तो यह जो मैं एक पहला आप जी नाल साझा किया है, ਇਹੋ ਜਿਹੀ ਜਿਹੜੀ ਲਿਖਤ ਹੈ ਇੰਨੀ ਦਰਦ ਭਰੀ ਜਿਹੜੀ ਲਿਖਤ ਹੈ ਔਰ ਬਿਲਕੁਲ ਡਾਇਰੈਕਟ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਸਮਝਦੇ ਰਹੇ ਹਾਂ ਕਿ ਉਹ ਕਰਾਮਾਤੀ ਸਨ ਤੇ ਇੱਕ ਜਗ੍ਹਾ ਤੋਂ ਉਹ ਅੱਖਾਂ ਮੀੜਦੇ ਸਨ ਤੇ ਬੇਬੇ ਨਾਨਕੀ ਕੋਲ ਪਹੁੰਚ ਜਾਂਦੇ ਸਨ और फिर अखा मीड़ते सन ते दूजे थां दे उपर चले जाते सन। लेकिन जिवें भाई गुरदास जी ने अपनी वारां विच लिखिया है कि रेत आहार कर रोड़ा दे गुर करी विछाई, भारी करी तपस्या। ये प्रचार एक बड़ी बड़ी तपस्या जिहड़ी उन्होंने की है और जिसनों उन्होंने कहा कि पाटियां अड्डियां ते लीरो लीर होए कपड़ियां नाल दूर दूर तक दा होका दिता। तो 35,000 किलोमीटर का जिहड़ा सफर देशां विदेशां दे विच उन्होंने किया। मतलब कोई ऐसा जिवें बाबे तारे चार चक की असी गल भाई गुरदास जी करते हैं, उन्होंने उस वेले दे जिहड़े भी जिहड़े कंसर्न सन, राजे सन, जिहड़े अहलकार सन और जिहड़े धर्मां दे जिहड़े बड़े बड़े सन, जोगी सन, मौलाने सन, काजी सन, पंडित सन, ये सारियां नूं जा करके उन्होंने आप अप्रोच किया है। पुराने जमाने की सीगा कि साध संत महंत जिहड़े ने वो कोई खंदरा विच बैठा जा करके, कोई पहाड़ा विच बैठा है, कोई पहाड़ा चोटियां ते बैठा है, कोई किते तीर्थ स्थान नूं मल के बैठा है ते उत्थे अपना प्रचार जिहड़ा सिक्खी सेवकी चला रहा है।
लेकिन गुरु नानक पातशाह एक पहले ही ऐसे ਜਿਹੜੇ ਧਰਮ ਪ੍ਰਚਾਰਕ ਹੋਏ ਹਨ, ਮਿਸ਼ਨਰੀ ਮੈਂ ਕਹਿ ਸਕਦਾ ਹਾਂ ਕਿ ਸਿੱਖ ਧਰਮ ਵਿੱਚ ਸਭ ਤੋਂ ਪਹਿਲੇ ਮਿਸ਼ਨਰੀ ਗੁਰੂ ਨਾਨਕ ਦੇਵ ਪਾਤਸ਼ਾਹ ਸਨ। ਤਾਂ ਉਹਨਾਂ ਨੇ ਇਹ ਮਿਸ਼ਨ ਨੂੰ ਲੈ ਕਰਕੇ ਚੜਿਆ ਸੋਤਨ ਧਰਤ ਲੁਕਾਈ ਕਿ ਜਿਹੜੀ ਲੁਕਾਈ ਦੇ ਅੰਦਰ ਜੋ ਗਿਰਾਵਟਾਂ ਆ ਚੁੱਕੀਆਂ ਹਨ, ਜਿਹੜੀ ਉਹ ਪ੍ਰਮਾਤਮਾ ਤੋਂ ਵਿਥ ਬਣ ਗਈ ਹੈ, ਉਸ ਨੂੰ ਕਿਵੇਂ ਦੂਰ ਕੀਤਾ ਜਾਏ। ਤਾਂ ਉਹਨਾਂ ਨੇ ਸਭ ਤੋਂ ਵੱਡਾ ਉਪਰਾਲਾ ਇਹ ਕੀਤਾ ਕਿ ਉਹਨਾਂ ਨੇ ਜਿਹੜੇ ਧਰਮ ਦੇ ਅਲੰਬਰਦਾਰ ਸਨ, ਜਿਹੜੇ ਧਰਮਾਂ ਦੇ ਉੱਪਰ ਕੁੰਡਲੀ ਸਭ ਬਣ ਕੇ ਬੈਠੇ ਸਨ, ਉਹਨਾਂ ਦੇ ਨਾਲ ਡਾਇਲਾਗ ਸ਼ੁਰੂ ਕੀਤਾ। ਔਰ ਇਹ ਡਾਇਲਾਗ ਵੀ ਦੂਸਰੇ ਧਰਮਾਂ ਦੇ ਅੰਦਰ ਕੋਈ ਐਸਾ ਪਹਿਲਾ ਰਿਵਾਜ ਨਹੀਂ ਸੀ, ਸਿਰਫ ਉਹ ਹੁਕਮ ਹੀ ਕਰਦੇ ਹੁੰਦੇ ਸਨ, ਡਾਇਲਾਗ ਨਹੀਂ ਸਨ ਕਰਦੇ। ਪੰਡਤ ਨੇ ਵੀ ਹੁਕਮ ਸੁਣਾ ਦੇਣਾ, ਮੌਲਾਨੇ ਨੇ ਵੀ ਹੁਕਮ ਸੁਣਾ ਦੇਣਾ, ਕਾਜੀ ਨੇ ਵੀ ਹੁਕਮ ਸੁਣਾ ਦੇਣਾ, ਲੇਕਿਨ ਗੁਰੂ ਨਾਨਕ ਪਾਤਸ਼ਾਹ ਨੇ ਜਾ ਕਰਕੇ ਉਹਨਾਂ ਨਾਲ ਡਿਸਕਸ਼ਨ ਕੀਤੀ, ਉਹਨਾਂ ਨਾਲ ਡਾਇਲਾਗ ਕੀਤਾ ਔਰ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ। ਔਰ ਉਹਨਾਂ ਦੇ ਵਿਚਾਰ ਜਾਣਨ ਤੋਂ ਬਾਅਦ ਫਿਰ ਆਪਣੇ ਵਿਚਾਰ ਜਿਹੜੇ ਉਹਨਾਂ ਨੂੰ ਦੱਸੇ। ਔਰ ਗੁਰਬਾਣੀ ਵਿੱਚ ਵੀ ਇਹੀ ਪ੍ਰੋਸੈਸ ਹੈ। ਜਦੋਂ ਅਸੀਂ ਗੁਰਬਾਣੀ ਨੂੰ ਸਮਝਦੇ ਹਾਂ, ਵਿਚਾਰ ਕਰਦੇ ਹਾਂ, ਤੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੂਸਰੇ ਜਿਹੜੇ ਕਸਟਮਸ ਹਨ, ਰਿਚੁਅਲਸ ਹਨ, ਉਹਨਾਂ ਦੀ ਗੱਲ ਕਰਦੇ ਹਨ, ਫਿਰ ਆਪਣੀ ਗੱਲ ਕਹਿ ਕਰਕੇ ਤੇ ਉਸ ਸ਼ਬਦ ਨੂੰ ਸਮਾਪਤ ਕਰਦੇ ਹਨ ਕਿ ਇਸ ਬਾਰੇ ਮੇਰਾ ਵਿਚਾਰ ਇਹ ਹੈ। ਤਾਂ ਉਸ ਵਿਚਾਰ ਦੇ ਨਾਲ ਵੀ ਜਿਹੜੇ ਕਾਫੀ ਜਿਹੜੇ ਉਸ ਸਮੇਂ ਦੇ ਜਿਵੇਂ ਮੈਂ ਬੇਨਤੀ ਕੀਤੀ ਹੈ ਕਿ ਧਰਮ ਆਗੂ ਸਨ, ਉਹਨਾਂ ਨੇ ਉਹਨਾਂ ਦੀ ਜਿਹੜੀ ਗੱਲ ਨੂੰ ਮੰਨਿਆ। ਤੇ ਜਿਵੇਂ ਅਸੀਂ ਕਹਿ ਰਹੇ ਕਿ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਤੇ ਕਮਾਈ ਦਾ ਮਤਲਬ ਹੈ ਜੋ ਉਹਨਾਂ ਦੀ ਰਿਸਰਚ ਸੀ, ਜੋ ਉਹਨਾਂ ਦਾ ਵਿਊ ਪੁਆਇੰਟ ਸੀਗਾ ਦੇਸ਼ ਦੇ ਲੋਕਾਂ ਦੇ ਉਧਾਰ ਵਾਸਤੇ, ਲੋਕਾਂ ਨੂੰ ਪਰਮਾਤਮਾ ਨਾਲ ਜੋੜਨ ਦਾ, ਉਹਦੇ ਨਾਲ ਉਹ ਕਾਇਲ ਹੋਏ। ਤੋ ਇਹ ਜਿਹੜੀ ਗੱਲ ਵੀਰ ਜੀ ਨੇ ਲਿਖੀ ਹੈ, ਮੈਂ ਆਪ ਜੀ ਦੇ ਨਾਲ ਕੀਤੀ ਹੈ। ਪਰ ਅੱਜ ਤੇਰੇ ਪਰੋਕਾਰਾਂ ਨੇ ਤੈਨੂੰ ਹੀ ਸੋਧ ਦਿੱਤਾ ਕਿਵੇਂ? ਆਪ ਨੂੰ ਗੁਰਬਾਣੀ ਸਾਨੂੰ ਦੱਸਦੀ ਹੈ, ਕਿਉਂਕਿ ਕਈ ਚੀਜ਼ਾਂ ਸਾਨੂੰ ਸੂਟ ਨਹੀਂ ਕਰਦੀਆਂ। ਗੁਰਬਾਣੀ ਵਿੱਚ ਜਿਹੜੀਆਂ ਚੀਜ਼ਾਂ ਲਿਖੀਆਂ ਹਨ, ਕਿਉਂਕਿ ਅਸੀਂ ਆਪਣੇ ਆਪ ਨੂੰ ਤਬਦੀਲ ਨਹੀਂ ਕਰਨਾ ਚਾਹੁੰਦੇ। ਗੁਰਬਾਣੀ ਸਾਨੂੰ ਤਬਦੀਲ ਕਰਨਾ ਚਾਹੁੰਦੀ ਹੈ। ਸਾਡੇ ਜਿਹੜੇ ਜੀਵਨ ਦਾ ਢੰਗ ਹੈ, ਜਿਹੜੇ ਸਾਡੀ ਸੋਚ ਹੈ, ਉਸ ਨੂੰ ਚੇਂਜ ਕਰਨ ਵਾਸਤੇ ਗੁਰਬਾਣੀ ਸਾਨੂੰ ਕਹਿੰਦੀ ਹੈ। ਤੇ ਉਸ ਨੂੰ ਜਿਹੜੇ ਅਸੀਂ ਮਾਇਆ ਦੇ ਵਿੱਚ ਅਸੀਂ ਗਲਤਾਨ ਹਾਂ, ਉਸ ਮਾਇਆ ਦੇ ਬੰਧਨ ਤੋਂ ਸਾਨੂੰ ਬਾਹਰ ਕੱਢਣ ਦੀ ਗੱਲ ਕਰਦੀ ਹੈ ਗੁਰਬਾਣੀ। ਤੇ ਅਸੀਂ ਕਿਉਂਕਿ ਉਹਨੂੰ ਡਿਫਿਕਲਟ ਸਮਝਦੇ ਹਾਂ ਕਿ ਅਸੀਂ ਉਸ ਨੂੰ ਨਹੀਂ ਕਰ ਸਕਦੇ ਜਾਂ ਮੁਸ਼ਕਲ ਹੁੰਦੀ ਹੈ, ਤੇ ਅਸੀਂ ਆਪਣੇ ਢੰਗ ਦੇ ਨਾਲ ਹੀ ਜੋ ਗੁਰਬਾਣੀ ਦੀ ਜੋ ਵਿਚਾਰਧਾਰਾ ਹੈ, ਉਹਨੂੰ ਹੀ ਅਸੀਂ ਜਿਹੜਾ ਹੈ ਉਹ ਆਪਣੇ ਆਪ ਸੋਧ ਦਿੱਤਾ। ਭਾਵ ਉਹਦੇ ਅਰਥ ਅਸੀਂ ਗਲਤ ਤਰੀਕੇ ਨਾਲ ਕਰ ਦਿੱਤੇ, ਤੇ ਤਾਂ ਕਿ ਸਾਨੂੰ ਜ਼ਿਆਦਾ ਨਾ ਬਦਲਣਾ ਪਵੇ। ਤੇ ਗੁਰਬਾਣੀ ਕਈ ਵੀ ਗੁਰੂ ਨਾਨਕ ਪਾਤਸ਼ਾਹ ਨੇ ਇੰਜੇ ਕਿਹਾ। ਇਹ ਜਿਹੜਾ ਉਪਰਾਲਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਸਿੱਖੀ ਦੀ ਗਰੋਥ ਜਿਹੜੀ ਹੈ, ਗਰੋਥ ਆਫ ਰਿਸਪੌਂਸਿਬਿਲਟੀ ਇਨ ਸਿੱਖੀਜ਼ਮ, ਉਹ 10ਵੇਂ ਪਾਤਸ਼ਾਹ ਤੱਕ ਉਸ ਤੋਂ ਬਾਅਦ ਵੀ ਜਿਹੜੀ ਹੈ ਉਹ ਚਾਲੂ ਰਹੀ। ਅਸੀਂ ਇਸੇ ਪਲੇਟਫਾਰਮ ਤੋਂ ਅੱਗੇ ਵੀ ਗੱਲ ਕੀਤੀ ਹੈ ਕਿ ਕਈ ਜਿਹੜੇ ਅਦਾਰੇ ਹਨ, ਜਿਹੜੇ ਉਦਾਸੀ ਹਨ ਜਾਂ ਨਿਰਮਲੇ ਹਨ ਜਾਂ ਹੋਰ ਜਿਹੜੇ ਅਦਾਰੇ ਹਨ, ਉਹਨਾਂ ਨੇ ਭਰਪੂਰ ਕੋਸ਼ਿਸ਼ ਕੀਤੀ ਇਹੋ ਜਿਹੇ ਗ੍ਰੰਥ ਵੀ ਲਿਖੇ ਕਿ ਜਿਨ੍ਹਾਂ ਗ੍ਰੰਥਾਂ ਦੇ ਵਿੱਚ ਉਹਨਾਂ ਨੇ ਬਿਲਕੁਲ ਹੀ ਗੁਰਬਾਣੀ ਦੇ ਉਲਟ ਜਿਹੜੀ ਹੈ ਉਹ ਵਿਚਾਰਧਾਰਾ ਦਿੱਤੀ। ਤਾਂ ਇੱਕ ਤਰੀਕੇ ਨਾਲ ਹਾਈਜੈਕਿੰਗ ਆਫ ਫਿਲਾਸਫੀ ਆਫ ਗੁਰੂ ਨਾਨਕ ਐਸ ਇਨਸ਼ਰਾਈਨਡ ਇਨ ਗੁਰੂ ਗ੍ਰੰਥ ਸਾਹਿਬ। ਤਾਂ ਉਹਨਾਂ ਨੇ ਆਪਣੇ ਗ੍ਰੰਥ ਲਿਖ ਕਰਕੇ ਇੱਕ ਆਪਣੀ ਵੱਖਰੀ ਲਿਖ ਪਾਉਣ ਦੀ ਕੋਸ਼ਿਸ਼ ਕੀਤੀ। ਔਰ ਉਹਨਾਂ ਨੂੰ ਬੜਾ ਧਰਮ ਦਾ, ਸਿੱਖ ਧਰਮ ਦਾ ਬੜਾ ਮਹਾਨ ਲੇਖਕ ਔਰ ਬੜੇ ਵਿਦਵਾਨ ਜਿਹੜਾ ਹੈ ਉਹ ਕਿਹਾ ਜਾਣ ਲੱਗ ਪਿਆ। ਤੇ ਉਹ ਹੁਣ ਜਿਹੜੇ ਸਾਖੀਆਂ ਉਸ ਤਰੀਕੇ ਦੀਆਂ ਸੁਣਾਉਂਦੇ ਹਨ, ਸਾਖੀਆਂ ਵੀ ਗਲਤ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਗੁਰੂ ਕਾਲ ਦੇ ਬਾਰੇ, ਗੁਰੂ ਨਾਨਕ ਪਾਤਸ਼ਾਹ ਦੇ ਬਾਰੇ। ਉਹਨੂੰ ਇੱਕ ਮਤਲਬ ਮਿਰੇਕਲ ਮੈਨ ਕਰਕੇ ਉਹਨਾਂ ਨੇ ਪੇਸ਼ ਕੀਤਾ। ਔਰ ਇਹ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਨੇ ਜਿਹੜੀਆਂ ਸਹੀਆਂ ਪ੍ਰਚਾਰ ਦੇ ਦੌਰਾਨ ਉਹਨੂੰ ਕਿਤੇ ਵੀ ਜ਼ਿਕਰ ਨਾ ਕੀਤਾ, ਤੇ ਇਸ ਨਾਲ ਵੀ ਸਿੱਖੀ ਦਾ ਜਿਹੜਾ ਬੜਾ ਉਹ ਨੁਕਸਾਨ ਹੋਇਆ। ਤੋ ਆਓ ਅੱਗੇ ਵਿਚਾਰ ਕਰੀਏ ਕਿ ਜਿਹੜੀ ਸਿੱਖੀ ਅੱਜ ਅਸੀਂ ਜਿਉ ਰਹੇ ਹਾਂ, ਕਿ ਜਿਸ ਤਰ੍ਹਾਂ ਦੇ ਅਸੀਂ ਸਿੱਖੀ ਸਮਝਦੀ ਹੈ ਔਰ ਸਿੱਖੀ ਦੇ ਅਨੁਸਾਰ ਵੀ ਅਸੀਂ ਮਹਾਨ ਸਿੱਖ ਹਾਂ, ਅਸੀਂ ਗੁਰਸਿੱਖ ਹਾਂ, ਇਹ ਉਹ ਨਹੀਂ ਜੋ ਸਾਡੇ ਗੁਰੂ ਸਾਹਿਬਾਨ ਨੇ ਤੁਰਕੀ ਬਾਣੀ ਵਿੱਚ ਅੰਕਿਤ ਕੀਤੀ ਹੈ। ਸਗੋਂ ਤੇਰਾ ਕੀਤੋਸ ਆਪਣਾ ਪੰਥ ਨਿਰਾਲਾ ਨੂੰ ਰਿਸ਼ਤੇਦਾਗੀ ਕਰਨ ਦੇ ਨਾਲ ਨਾਲ ਵਿਗਾੜ ਵੀ ਦਿੱਤਾ। ਕਿ ਜਿਵੇਂ ਪੰਥ ਨਿਰਾਲਾ ਕੀਤਾ, ਭਾਈ ਗੁਰਦਾਸ ਜੀ ਨੇ ਕਿਹਾ ਕਿ ਸਾਰਿਆਂ ਨਾਲ ਵਿਚਾਰ ਕਰਨ ਤੋਂ ਬਾਅਦ ਜਿਵੇਂ ਜੋਗੀਆਂ ਨਾਲ ਵੀ, ਸਿੱਧਾਂ ਨਾਲ ਵੀ, ਤੇ ਫਿਰ ਉਹਨਾਂ ਨੇ ਕਿਹਾ ਵੀ ਜਿਵੇਂ ਸਿੱਧ ਬੋਲਣ ਸਿੱਧ ਭਜਨ ਧੰਨ ਨਾਨਕ ਤੇਰੀ ਵੱਡੀ ਕਮਾਈ। ਤਾਂ ਉੱਥੇ ਪੰਥ ਨਿਰਾਲਾ ਦੀ ਜਿਹੜੀ ਫਿਲਾਸਫੀ ਸੀਗੀ, ਜਿਹੜੀ ਬਾਕੀ ਧਰਮਾਂ ਦੇ ਨਾਲ ਮੇਲ ਨਹੀਂ ਸੀ ਖਾਂਦੀ, ਉਸ ਨੂੰ ਪੰਥ ਦੇ ਅੰਦਰ, ਦੁਨੀਆ ਸੰਸਾਰ ਦੇ ਅੰਦਰ ਉਹਨਾਂ ਨੇ ਪ੍ਰੋਪੋਗੇਟ ਕੀਤਾ। ਇਹ ਰਿਸ਼ਤੇਦਾਗੀ ਕਰਨ ਦੇ ਨਾਲ ਨਾਲ ਵਿਗਾੜ ਵੀ ਦਿੱਤਾ ਕਿ ਉਹ ਜਿਹੜੀ ਨਿਰਾਲੀ ਫਿਲਾਸਫੀ ਸੀਗੀ ਗੁਰੂ ਨਾਨਕ ਪਾਤਸ਼ਾਹ ਦੀ, ਉਸ ਨੂੰ ਦਾਗੀ ਕਰਨ ਦੇ ਨਾਲ ਵਿਗਾੜ ਵੀ ਦਿੱਤਾ। ਜਦੋਂ ਉਹਨਾਂ ਨੂੰ
ਆਪਣੇ ਤੌਰ ਤਰੀਕੇ ਦੇ ਨਾਲ ਗੁਰਬਾਣੀ ਦੇ ਤਰੋੜ ਮਰੋੜ ਕੇ ਅਰਥ ਕੀਤੇ। ਤੋ ਬਾਬਾ ਜੀ ਅੱਜ ਤੁਹਾਡੀ ਬਾਣੀ ਨੂੰ ਵੇਦਾਂ, ਪੁਰਾਣਾਂ ਅਤੇ ਸਨਾਤਨ ਧਰਮ ਦੀ ਧਾਰਨਾ ਤੇ ਵਿਖਿਆਨ ਕਰਕੇ ਸਿੱਖਾਂ ਨੂੰ ਉਸੇ ਰਾਹ ਤੋਰ ਦਿੱਤਾ ਹੈਗਾ ਜਿਸ ਤੋਂ ਤੁਸੀਂ ਲੁਕਾਈ ਨੂੰ ਬਾਹਰ ਨਿਕਲਣ ਦਾ ਹੋਕਾ ਦਿੱਤਾ ਸੀ। ਆਪ ਜਿਹੜਾ ਐਫਰਟ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ 35,000 ਕਿਲੋਮੀਟਰ ਦਾ ਸਫ਼ਰ ਕਰਕੇ 15-16 ਸਾਲ ਲਗਾਤਾਰ ਜਿਹੜਾ ਉਹਦਾ ਪ੍ਰਚਾਰ ਕੀਤਾ, ਆਪਣਾ ਘਰ-ਬਾਰ ਤੇ ਆ ਗਿਆ, ਸੁਖ ਆਰਾਮ ਤੇ ਆ ਗਿਆ, ਤੇ ਸਾਰੇ ਜਿਹੜੇ ਰਸਤੇ ਦੀਆਂ ਪਰੇਸ਼ਾਨੀਆਂ ਉਹ ਸਹੀਆਂ, ਤੇ ਅੱਜ ਉਸ ਨੂੰ ਵੇਦਾਂ ਔਰ ਪੁਰਾਣਾਂ ਦੇ ਵੀ ਜਿਹੜੇ ਵਿਚਾਰ ਹਨ ਉਹਦੇ ਅਨੁਸਾਰ ਅਸੀਂ ਜਿਹੜੇ ਹਨ ਉਹ ਉਹਨਾਂ ਦੇ ਵਿਚਾਰ ਦੱਸੇ ਕਿ ਗੁਰੂ ਨਾਨਕ ਪਾਤਸ਼ਾਹ ਵੀ ਇਸ ਤਰ੍ਹਾਂ ਹੀ ਕਰਦੇ ਸਨ। ਔਰ ਇਹ ਦਸਮ ਪਾਤਸ਼ਾਹ ਦੇ ਨਾਲ ਵੀ ਕੀਤਾ ਗਿਆ। ਉਹਨਾਂ ਨੇ ਵੀ ਦੇਵੀ ਭਗਤ ਜਿਹੜਾ ਹੈ ਉਹ ਸਿੱਧ ਕੀਤਾ ਗਿਆ ਕਿ ਇਹ ਦੇਵੀ ਕੋਲੋਂ ਕਿਰਪਾਨ ਲਈ ਹੈ, ਇਹ ਦੇਵੀ ਕੋਲੋਂ ਇਹ ਲਿਆ ਹੈ, ਉਹ ਪਿਸ਼ਾਰਾ ਹਨੂਮਾਨ ਤੋਂ ਲਿਆ ਹੈ। ਉਹ ਇਹ ਸਾਰੀਆਂ ਜਿਹੜੀਆਂ ਗੱਲਾਂ ਹਨ ਉਹ ਇਹਨਾਂ ਬੰਦਿਆਂ ਦੀਆਂ ਹਨ ਜਿਹੜੇ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਹਾਈਜੈਕ ਕੀਤਾ ਔਰ ਉਸ ਨੂੰ ਜਿਹੜਾ ਬੜੇ ਤਰੀਕੇ ਨਾਲ ਨੁਕਸਾਨ ਪਹੁੰਚਾਇਆ ਉਹਨਾਂ ਨੇ। ਸਾਡੇ ਇਤਿਹਾਸ ਨੂੰ ਨਾ ਵਿਸ਼ਵਾਸ ਕਰਨ ਯੋਗ ਚਮਤਕਾਰੀ ਸਾਖੀਆਂ ਰਾਹੀਂ ਵਿਗਾੜਿਆ ਹੀ ਨਹੀਂ ਗਿਆ, ਸਗੋਂ ਤੁਹਾਨੂੰ ਵੀ ਚਮਤਕਾਰੀ ਸਿੱਧ ਕਰਕੇ ਹਵਾ ਖਾਣੇ ਅਤੇ ਅੱਖਾਂ ਮੀਚ ਕੇ ਹਵਾ ਵਿੱਚ ਉੱਡਣੇ ਸਾਬਤ ਕਰ ਦਿੱਤਾ ਗਿਆ। ਧੰਨ ਗੁਰੂ ਨਾਨਕ ਪਾਤਸ਼ਾਹ ਨੂੰ। ਜਿਨ੍ਹਾਂ ਮਸੰਦਾਂ ਨੂੰ ਤੁਸੀਂ ਯੋਗ ਸਜ਼ਾਵਾਂ ਦੇ ਕੇ ਆਪਣੇ ਨਿਰਾਲੇ ਪੰਥ ਨੂੰ ਮੁਕਤ ਕਰਾਇਆ ਸੀ, ਅੱਜ ਉਹੀ ਮਸੰਦ ਕਰਮ ਕਾਂਡਾਂ ਵਾਲੀ ਸਿੱਖੀ ਦਾ ਪ੍ਰਚਾਰ ਕਰਕੇ ਤੁਹਾਡੇ ਨਿਰਮਲ ਪੰਥ ਨੂੰ ਵਿਗਾੜ ਕੇ ਲੁਕਾਈ ਨੂੰ ਪੁੱਠੇ ਰਸਤੇ ਪਾ ਰਹੇ ਹਨ। 1469 ਤੋਂ ਪਹਿਲਾਂ ਦੇ ਚੱਲ ਰਹੇ ਜਿਹੜੇ ਕਰਮਕਾਂਡ ਨੂੰ ਤੁਸੀਂ ਨਕਾਰਿਆ ਸੀ, ਅੱਜ ਉਹੀ ਕਰਮਕਾਂਡ ਤੁਹਾਡੀ ਸਿੱਖੀ ਦਾ ਮੂਲ ਸਿਧਾਂਤ ਬਣਾ ਦਿੱਤੇ ਗਏ ਹਨ। ਤੁਹਾਡਾ ਨਿਰਮਲ ਪੰਥ ਕਿਉਂ, ਕਿਵੇਂ ਅਤੇ ਕਦੋਂ ਅਗਵਾ ਕੀਤਾ ਗਿਆ, ਕਦੋਂ ਹਾਈਜੈਕ ਕੀਤਾ ਗਿਆ, ਇਸ ਦਾ ਪਤਾ ਨਹੀਂ ਲੱਗਿਆ ਸਿੱਖਾਂ ਨੂੰ। ਡਾਕਟਰ ਕੁਲਵਿੰਦਰ ਸਿੰਘ ਜੀ ਨੇ ਉੱਪਰ ਲਿਖੇ ਸਵਾਲਾਂ ਦੇ ਜਵਾਬ ਦੇਣ ਲਈ ਕਈ ਵੀਡੀਓਜ਼ ਅੰਗਰੇਜ਼ੀ ਬੋਲੀ 'ਚ ਬਣਾਈਆਂ ਹਨ ਜੋ www.sikhvicharforum.org ਤੇ ਉਪਲਬਧ ਹਨ ਕਿ ਬਾਬਾ ਜੀ ਨੇ ਨਿਰਮਲ ਪੰਥ ਨੂੰ, ਬਾਬਾ ਜੀ ਦੇ ਨਿਰਮਲ ਪੰਥ ਨੂੰ ਵਿਗਾੜਿਆ ਗਿਆ ਹੈ। ਸਿੱਖੀ ਦੇ ਨਾਮ ਹੇਠ ਕਿਵੇਂ ਬ੍ਰਾਹਮਣੀ ਮਤ ਦੀ ਪੁੱਠ ਚਾੜੀ ਜਾ ਰਹੀ ਹੈ। ਗੁਰੂ ਸਾਹਿਬਾਨ ਦੇ 239 ਸਾਲਾਂ ਦੇ ਲੰਮੇ ਸਮੇਂ ਵਿੱਚ ਮਿਹਨਤ ਅਤੇ ਮਸ਼ੱਕਤ ਕਰਕੇ ਚਲਾਏ ਨਿਰਮਲ ਪੰਥ ਨੂੰ ਵਿਗਾੜਨ ਦੀ ਇੱਕ ਦਰਦਨਾਕ ਕਹਾਣੀ ਪੇਸ਼ ਕੀਤੀ ਗਈ। ਭਾਈ ਗੁਰਦਾਸ ਜੀ ਵੀ ਆਪਣੇ ਲਫ਼ਜ਼ਾਂ ਵਿੱਚ ਗੁਰੂ ਸਾਹਿਬਾਨ ਦੀ ਮਿਹਨਤ ਮਸ਼ੱਕਤ ਦੀ ਗਵਾਹੀ ਭਰਦੇ ਹੋਏ ਲਿਖਦੇ ਹਨ, ਜਿਵੇਂ ਮੈਂ ਉੱਪਰ ਬੇਨਤੀ ਕੀਤੀ ਹੈ ਕਿ ਰੇਤ ਅੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਅਤੇ ਮਾਰਿਆ ਸਿੱਖਾਂ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜੋ ਗੁਰੂ ਨਾਨਕ ਪਾਤਸ਼ਾਹ ਨੇ ਮਤ ਚਲਾਇਆ ਉਹਦੇ 'ਚ ਕੋਈ ਮੈਲ ਨਹੀਂ ਸੀ। ਉਹ ਨਿਰੋਲ ਔਰ ਨਿਰੋਲ ਸੱਚ ਦੀ ਜਿਹੜਾ ਹੈ ਖੋਜ ਸੀ ਔਰ ਸੱਚ ਦਾ ਹੀ ਰਸਤਾ ਸੀ, ਜਿਸ ਨੂੰ ਮੂਲ ਮੰਤਰ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਆਰੰਭ ਜਿਹੜਾ ਹੈ ਉਹ ਦੱਸਿਆ, ਇੱਕ ਓਂਕਾਰ ਤੋਂ ਲਾ ਕੇ ਗੁਰਪ੍ਰਸਾਦ ਤੱਕ। ਔਰ ਉਹਦੀ ਪ੍ਰਾਪਤੀ ਇੰਟਰੋਡਕਸ਼ਨ ਤੇ ਕਿਸ ਪਰਮਾਤਮਾ ਦੀ ਅਸੀਂ ਪਿੱਛੇ ਲੱਗੇ ਹਾਂ, ਅਸੀਂ ਕਿਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਅਸੀਂ ਯਤਨਸ਼ੀਲ ਹੋਏ ਹਾਂ। तो निर्मल का मतलब है कि एक वक्री किस्म का धर्म या सोच जिस विच कोई खोट ना हो। संसार विच गुरु नानक पातशाह की विचारधारा अपने आप विच एक वक्री ते निराली किस्म की विचारधारा करके जानी जाती है। उस समय दियां चल रही विचारधारक मनोता नाल बिल्कुल वक्री अते अनोखी है। किसे दे रब आसमान विच ते किसे दा पताल विच, किसे दे हजारा रब ते किसे दा सूली ते टंगिया होया रब। इन्हां सबना नूं नकार के गुरु नानक पातशाह ने एक वक्री किस्म दे रब दा संकल्प तैयार किया जो सब दे अंदर है अते उस वर्गा बनन दी प्रेरणा दी। जो गुरबाणी दसी कि गुरबाणी सत स्वरूप है, गुरबाणी बनी कि गुरबाणी जिहड़ी है सत स्वरूप है, ये सत तक तुहानूं लै जाएगी। तो उस वर्गा ही बनन दी सानू प्रेरणा जिहड़ी है वो कीती गई। ना शरीर करके कोई रब गुरु ते ना शरीर करके कोई चेला, सगों शब्द गुरु सुरत धुन चेला दा सिद्धांत दिता जो परिवार नूं, संसार नूं अते सरकार नूं टिच करके जानदा है। मरण तो बाद मुक्ति प्राप्त करन दे सिद्धांत नूं
ਰੱਦ ਕਰਕੇ ਜਿਉਂਦੇ ਜੀ ਹੁਣੇ ਅਤੇ ਇੱਥੇ ਮੁਕਤੀ ਪ੍ਰਾਪਤ ਕਰਨ ਦਾ ਇੱਕ ਵੱਖਰਾ ਸਿਧਾਂਤ ਦਿੱਤਾ ਕਿ ਇਸੇ ਜਨਮ ਦੇ ਅੰਦਰ ਜੀਵਨ ਮੁਕਤ ਦਾ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤਾ। ਔਰ ਉਹਦੇ ਅੰਦਰ ਕਿਸੇ ਦੀ ਵੀ ਜਿਹੜੀ ਹੈ ਇਸ ਮੁਕਤੀ ਪ੍ਰਾਪਤੀ ਵਾਸਤੇ ਕਿਸੇ ਦੀ ਵਿਚੋਲਗੀ ਦੀ ਜਿਹੜੀ ਹੈ ਉਹ ਲੋੜ ਨਹੀਂ। ਮਨੁੱਖ ਸਿੱਧਾ ਹੀ ਗੁਰੂ ਦੇ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਉਹਦੇ ਨਾਲ ਉਹਨਾਂ ਦੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਕੇ, ਜਿਵੇਂ ਕਬੀਰ ਸਾਹਿਬ ਨੇ ਕਿਹਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਤੋ ਹਰੀ ਦੇ ਗੁਣਾਂ ਨੂੰ ਆਪਣੇ ਅੰਦਰ, ਸਤ ਸੰਤੋਖ ਦਇਆ ਧਰਮ ਧੀਰਜ ਵਰਗੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਕੇ ਅਸੀਂ ਅਕਾਲ ਪੁਰਖ ਵਰਗੇ ਬਣ ਸਕਦੇ ਹਾਂ। ਪਰ ਇਹਦਾ ਸਿਧਾਂਤ ਤਰੀਕਾ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਬੜਾ ਸੋਹਣਾ ਐਲੈਬੋਰੇਟ ਕੀਤਾ ਹੈ। ਗੁਰੂ ਸਾਹਿਬਾਨ ਦਾ ਸਿਧਾਂਤ ਮਨੁੱਖ ਨੂੰ ਮਨੁੱਖੀ ਸੋਚ ਕਰਕੇ ਬਹੁਤ ਉੱਚਾ ਚੁੱਕਦਾ ਹੈ, ਰੱਬ ਵਿੱਚ ਅਪੇਤ ਕਰਦਾ ਹੈ। ਜਿਵੇਂ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕਿਆ ਪਛਾਨੀ। ਕਿ ਕਬੀਰ ਸਾਹਿਬ ਨੇ ਸਾਨੂੰ ਬਾਣੀ ਦੇ ਵਿੱਚ ਸਮਝਾਇਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਕਰਕੇ ਵੱਖਰੇ ਧਰਮਾਂ, ਜਾਤਾਂ, ਪਾਤਾਂ ਦੇ ਉਹਨਾਂ ਲੋਕਾਂ ਦੀਆਂ ਲਿਖਤਾਂ ਨੂੰ ਸ਼ਾਮਲ ਕਰ ਲਿਆ ਗਿਆ ਜਿਨ੍ਹਾਂ ਦਾ ਨਿਸ਼ਾਨਾ ਇੱਕੋ ਧਰਮ ਜਿਹੜਾ ਹੈ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਹੋਈ ਸੀ ਅਤੇ ਉਹ ਮਨੁੱਖੀ ਸਮਾਨਤਾ ਦੇ ਹਾਮੀ ਸਨ ਔਰ ਹਨ। ਉਹ ਇੱਕ ਅਕਾਲ ਪੁਰਖ ਨੂੰ ਮੰਨਦੇ ਸਨ, ਜਿਵੇਂ ਅਵਲ ਅੱਲਾਹ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ, ਕੌਣ ਭਲੇ ਕੋ ਮੰਦੇ। ਲੋਕਾਂ ਭਰਮ ਨਾ ਭੁੱਲੋ ਭਾਈ, ਕਿ ਕਿਸੇ ਭਰਮ ਵਿੱਚ ਪੈਣ ਦੀ ਲੋੜ ਨਹੀਂ। परमात्मा एक है और उस परमात्मा ने ही एक ਨੂਰ ਤੇ ਸਭ ਜਗ ਉਪਜਿਆ, ਆਪਣੇ ਤੋਂ ਹੀ ਸਾਰੇ ਸੰਸਾਰ ਦੀ ਉਹਨਾਂ ਨੇ ਉਤਪਤੀ ਕੀਤੀ ਹੈ। ਪਰ ਇਸ ਅਨੋਖੇ ਪੰਥ ਨੂੰ ਖਰਾਬ ਕਰਨ ਲਈ ਸਾਡਾ ਇਤਿਹਾਸ ਦੱਸਦਾ ਹੈ ਕਿ 1718 ਤੋਂ 1925 ਤੱਕ ਦੇ 207 ਸਾਲਾਂ ਦੇ ਸਮੇਂ ਵਿੱਚ ਇਸ ਨਿਰਮਲ ਪੰਥ ਦੇ ਦੋਖੀਆਂ ਨੇ ਇਤਿਹਾਸ ਬਦਲਿਆ ਹੈ। ਗੁਰਬਾਣੀ ਦੇ ਅਰਥ ਵੈਦਿਕ ਅਤੇ ਸਨਾਤਨੀ ਮਤ ਅਨੁਸਾਰ ਕੀਤੇ ਅਤੇ ਨਾਲ ਹੀ ਨਾਲ ਸਾਡੇ ਧਰਮ ਦੀ ਸਿੱਖਿਆ ਦੇਣ ਵਾਲੇ ਗੁਰਦੁਆਰਿਆਂ ਤੇ ਵੀ ਕਬਜ਼ਾ ਕੀਤਾ। ਅਸੀਂ ਪਿੱਛੇ ਵੀ ਇਸ ਪਲੇਟਫਾਰਮ ਤੇ ਇਹ ਵਿਚਾਰ ਕੀਤੀ ਸੀਗੀ ਕਿ ਕਿਵੇਂ ਨਿਰਮਲੇ ਔਰ ਉਦਾਸੀਆਂ ਨੇ, ਜਿਹੜੇ ਕਿ ਕਾਸ਼ੀ ਤੋਂ ਬ੍ਰਾਹਮਣਾਂ ਕੋਲੋਂ ਵਿਦਿਆ ਪ੍ਰਾਪਤ ਕਰਕੇ ਆਏ ਸਨ, ਉਹ ਇੱਥੇ ਆ ਕੇ ਜਿਹੜੇ ਅਰਥ ਕਰਦੇ ਸਨ ਉਹ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ, ਉਹਨਾਂ ਜਿਹੜਾ ਵੇਦਾਂ ਸ਼ਾਸਤਰਾਂ ਦੇ ਅੰਦਰ ਜੋ ਵਿਚਾਰਧਾਰਾ ਉਹਨਾਂ ਪੜ੍ਹੀ ਸੀ ਉਹਦੇ ਪਿੱਛੇ ਲਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਔਰ ਉਹਨਾਂ ਨੇ ਕਾਫੀ ਸਮੇਂ ਅੰਦਰ, ਜਿਸ ਵੇਲੇ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ, ਜਿਸ ਵੇਲੇ ਸਿੰਘ ਆਪਣੇ ਘਰ-ਬਾਰ ਤੇ ਆ ਕੇ ਜਿਨ੍ਹਾਂ ਦਾ ਜੰਗਲ ਬਿਆਬਾਨ ਦੇ ਵਿੱਚ ਉਹ ਨਿਵਾਸ ਕੀਤਾ ਔਰ ਘੱਲੂਘਾਰਿਆਂ ਦੇ ਵਿੱਚੋਂ ਲੰਘੇ, ਉਸ ਸਮੇਂ ਦੇ ਅੰਦਰ ਸਾਡੇ ਗੁਰੂਧਾਮ ਔਰ ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧ ਹਨ ਔਰ ਉਦਾਸੀ ਔਰ ਨਿਰਮਲਿਆਂ ਨੇ ਕੀਤੇ। ਉਸ ਵਕਤ ਹੀ ਸਾਡੀ ਸਾਰੀ ਹੀ ਜਿਹੜੀ ਗੁਰਬਾਣੀ ਦੀ ਵਿਚਾਰਧਾਰਾ ਹੈ ਉਹ ਉਦਾਲੀ ਗਈ, ਉਹ ਹਾਈਜੈਕ ਕੀਤੀ ਗਈ। ਤੋਂ ਇਸੇ ਮੰਦਭਾਗੀ ਘਟਨਾ ਨੂੰ ਹੀ ਮੈਂ ਸਿੱਖੀ ਨੂੰ ਉਦਾਲਣਾ ਜਾਂ ਅਗਵਾ ਕਰਨਾ ਕਹਿੰਦਾ। ਸਿੱਖੀ ਦੇ ਦੁਸ਼ਮਣਾਂ ਦੀ ਇਹ ਇੱਕ ਸੋਚੀ ਸਮਝੀ ਚਾਲ ਸੀ, ਜਿਸ ਕਰਕੇ ਉਹ ਸਿੱਖੀ ਨੂੰ ਉਦਾਲਣ ਵਿੱਚ ਕਾਮਯਾਬ ਹੋਏ ਅਤੇ ਬਾਬੇ ਨਾਨਕ ਦਾ ਸਿੱਖਾਂ ਨੂੰ ਮੁੜ 1469 ਤੋਂ ਪਹਿਲਾਂ ਵਾਲੇ ਮੋੜ ਤੇ ਲਿਆ ਖੜਾ ਕਰਨ ਵਿੱਚ ਵੀ ਕਾਮਯਾਬ ਹੋਏ, ਜਿਸ ਨੂੰ ਬਾਬਾ ਜੀ ਸਾਨੂੰ ਮਨਾ ਕਰਦੇ ਸਨ, ਸਾਨੂੰ ਵਰਜਦੇ ਸਨ। 207 ਸਾਲ ਦੇ ਲੰਮੇ ਸਮੇਂ ਦੀ ਉਦਾਲੀ ਹੋਈ, ਹਾਈਜੈਕ ਕੀਤੀ ਹੋਈ ਸਿੱਖੀ ਹੀ ਅੱਜ ਸਾਨੂੰ ਅਸਲੀ ਸਿੱਖੀ ਲੱਗਣ ਲੱਗ ਪਈ ਹੈ, ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ ਉਹ ਅਸੀਂ ਸਮਝੀ ਹੀ ਨਹੀਂ। ਜਿਵੇਂ ਜਾਤ ਪਾਤ ਦਾ ਖੰਡਨ, ਲਿੰਗ ਦੇ ਭੇਦ ਭਾਵ ਦਾ ਖੰਡਨ, ਜਨੇਊ ਦਾ ਖੰਡਨ, ਅੰਧਾ ਭਰਿਆ ਭਰ ਧੋਵੈ, ਅੰਤਰ ਕੀ ਮਲ ਕਦੇ ਨਾ ਲਹੈ, ਨਾ ਬਿਨਾ ਫੋਕਟ ਸਭ ਕਰਮਾ, ਜੋ ਬਾਜੀਗਰ ਭਰਮ ਭੁੱਲੈ। ਪੰਨਾ 1343 ਤੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ ਇਹ ਵਿਚਾਰ। ਜਦੋਂ ਅਸੀਂ ਆਪ ਪੜ੍ਹਨਾ ਹੀ ਨਹੀਂ, ਫਿਰ ਸਮਝਣਾ ਤਾਂ ਦੂਰ ਦੀ ਗੱਲ। ਜੋ ਕਰਮਕਾਂਡ ਸਾਡੇ ਗੁਰੂ ਸਾਹਿਬਾਨ ਭਗਤ ਬਾਣੀ ਨੇ, ਭੱਟਾਂ ਨੇ, ਗੁਰੂ ਸਿੱਖਾਂ ਨੇ ਆਪਣੀ ਬਾਣੀ ਵਿੱਚ ਸਾਨੂੰ ਕੂੜੇਦਾਨ ਵਿੱਚ ਸੁੱਟਣ ਲਈ ਉਪਦੇਸ਼ ਦਿੱਤਾ, ਸਿੱਖੀ ਦੇ ਦੁਸ਼ਮਣਾਂ ਦੀ ਬਦੌਲਤ ਅੱਜ ਅਸੀਂ ਫਿਰ ਉਸ ਨੂੰ ਆਪਣੀ ਹੀ ਸੋਚ ਦਾ ਹਿੱਸਾ ਬਣਾ ਲਿਆ ਹੈ। ਆਪ ਜਿਹੜੀ ਮਿਹਨਤ ਗੁਰੂ ਸਾਹਿਬ ਨੇ, ਭੱਟਾਂ ਨੇ, ਭਗਤਾਂ ਨੇ ਔਰ ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਬਾਣੀ ਲਿਖੀ, ਉਹਦੇ ਵਿੱਚ ਜਿਹੜੀ ਵਿਚਾਰਧਾਰਾ ਨੂੰ ਪ੍ਰੋਜੈਕਟ ਕੀਤਾ ਗਿਆ, ਅੱਜ
ਅਸੀਂ ਇਹ ਜਿਹੜੇ ਜਿਨ੍ਹਾਂ ਨੇ ਸਾਡੇ ਧਰਮ ਸਥਾਨਾਂ ਤੇ ਕਬਜ਼ਾ ਕੀਤੀ ਰੱਖਿਆ ਔਰ ਸਾਡੀ ਸਿੱਖੀ ਨੂੰ ਹਾਈਜੈਕ ਕੀਤਾ, ਉਹਨਾਂ ਦੀ ਬਦੌਲਤ ਅੱਜ ਅਸੀਂ ਫਿਰ ਉਹ 1469 ਤੋਂ ਪਹਿਲੇ ਵਾਲੇ ਜਿਹੜੇ ਕਰਮ ਕਾਂਡ ਸਨ ਉਹਨਾਂ ਨੂੰ ਅਸੀਂ ਫਿਰ ਆਪਣੇ ਜੀਵਨ ਦਾ ਸੋਚ ਦਾ ਹਿੱਸਾ ਬਣਾ ਲਿਆ। 207 ਸਾਲ ਦੇ ਲੰਮੇ ਅਰਸੇ ਵਿੱਚ ਉਦਾਲੀ ਹੋਈ ਸਿੱਖੀ, ਹਾਈਜੈਕ ਕੀਤੀ ਹੋਈ ਸਿੱਖੀ ਪੂਰਨ ਤੌਰ ਤੇ ਅੱਜ ਰਸਮੀ ਸਿੱਖੀ ਬਣ ਚੁੱਕੀ। ਰਾਮਨਾ ਦੇ ਪ੍ਰਚਾਰੇ ਝੂਠ ਅਨੁਸਾਰ ਅੱਜ ਦੇ ਸਿੱਖ ਪ੍ਰਚਾਰਕ ਗੁਰੂ ਨਾਨਕ ਪਿਤਾ ਦੇ ਹੁਕਮ ਮੁਤਾਬਕ ਭਾਈ ਮਰਦਾਨੇ ਤੋਂ ਕਿਕਰਾਂ ਨੂੰ ਲੱਗੀਆਂ ਹੋਈਆਂ ਮਠਿਆਈਆਂ ਚੜਵਾਈ ਜਾ ਰਹੇ ਹਨ, ਕਿਤੇ ਬਾਬਾ ਜੀ ਨੂੰ ਸਭ ਤੋਂ ਛਾਂ ਕਰਵਾਈ ਜਾ ਰਹੀ ਹੈ ਤੇ ਮਾਲਵੇ ਦੇ ਖੇਤਰ ਵਿੱਚ ਗੁਰੂ ਗੋਬਿੰਦ ਸਿੰਘ ਤੋਂ ਧਰਤੀ ਵਿੱਚ ਪੈਰ ਮਰਵਾ ਕੇ ਮੋਹਰਾਂ ਦੇ ਖਜ਼ਾਨੇ ਲਗਵਾਈ ਜਾ ਰਹੇ ਹਨ, ਜਦੋਂ ਕਿ ਉਸ ਗੁਰੂ ਜੀ ਦੇ ਸਿੱਖ ਅਤੇ ਘੋੜੇ ਖੁਰਾਕ ਖੁਣੋਂ ਸਦਾ ਹੀ ਨੀਂਦਰੇ ਸੌਂ ਗਏ। ਪ੍ਰਸਾਦੀ ਹਾਥੀ ਘਾਹ ਖੁਣੋਂ ਮਰ ਗਿਆ। ਅਸੀਂ ਗਿਆਨ ਧਾਰਕ ਬੰਨਾ ਸੀ ਪਰ ਸਾਨੂੰ ਗਿਆਨ ਪੂਜਕ ਬਣਾ ਦਿੱਤਾ ਗਿਆ। ਬੜੀ ਵੱਡੀ ਗੱਲ ਜਿਹੜੀ ਹੈ ਵੀਰ ਜੀ ਨੇ ਕਹੀ ਹੈ ਕਿ ਅਸੀਂ ਗਿਆਨ ਧਾਰਕ ਬੰਨਾ ਸੀ, ਲੇਕਿਨ ਅਸੀਂ ਜੋ ਗਿਆਨ ਦਾ ਸੋਮਾ ਹੈ ਉਸ ਦੀ ਹੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਔਰ ਉਸ ਨੂੰ ਆਪਣੇ ਅੰਦਰ ਧਾਰਨ ਨਹੀਂ ਕੀਤਾ। ਸ਼ਬਦ ਗੁਰੂ ਦੇ ਸਿਧਾਂਤ ਨੂੰ ਅਲੋਪ ਕਰ ਦਿੱਤਾ ਗਿਆ। ਜਿਸ ਗਿਆਨ ਨੂੰ ਪ੍ਰਾਪਤ ਕਰਕੇ ਅਸੀਂ ਕਰਮਾ ਕਾਂਡਾਂ ਵਿੱਚੋਂ ਨਿਕਲਣਾ ਸੀ, ਉਸ ਨੂੰ ਰੁਮਾਲਿਆਂ ਵਿੱਚ ਵਲੇਟ ਕੇ ਸਾਨੂੰ ਉਸ ਦੀ ਪੂਜਾ ਕਰਨ ਲਾ ਦਿੱਤਾ ਗਿਆ ਅਤੇ ਅਸੀਂ ਮੁੜ ਤੋਂ ਉਹਨਾਂ ਸਾਰੀਆਂ ਰੀਤਾਂ ਰਿਵਾਜਾਂ ਦੇ ਸ਼ਿਕਾਰ ਹੋ ਗਏ ਜਿਸ ਤੋਂ ਸਾਨੂੰ ਗੁਰੂ ਸਾਹਿਬਾਨ ਆਪਣੀ ਬਾਣੀ ਵਿੱਚ ਵਰਜਿਤ ਕਰਦੇ ਰਹੇ ਹਨ। ਗੁਰਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਇਹ ਵਿਚਾਰ ਸੀ ਗੁਰੂ ਨਾਨਕ ਪਾਤਸ਼ਾਹ ਦਾ ਕਿ ਸੰਗਤ ਵਿੱਚ ਬੈਠ ਕਰਕੇ ਅਸੀਂ ਆਪਣੇ ਮਨ ਨੂੰ ਧੋ ਸਕਦੇ ਹਾਂ, ਸੱਚ ਨਾਲ ਜੋੜ ਸਕਦੇ ਹਾਂ, ਸੱਚਾਰਾ ਹੋ ਸਕਦਾ। ਪਰ ਇਸ ਵਿਚਾਰ ਨੂੰ ਛੱਡ ਕੇ ਅੱਜ ਅਸੀਂ ਤੋਤਾ ਰੱਟਣੀ ਦਾ ਸ਼ਿਕਾਰ ਹੋ ਗਏ। ਪੈਸੇ ਦੇ ਕੇ ਕੀਰਤਨ ਕਰਵਾ ਰਹੇ ਹਾਂ, ਪਾਠ ਕਰਵਾ ਰਹੇ ਹਾਂ, ਸੰਪੜ ਪਾਠ, ਮੌਨ ਪਾਠ, ਗੁਪਤ ਪਾਠ, ਹੋਰ ਪਤਾ ਨਹੀਂ ਕਿਤਨੇ ਕਿਸਮਾਂ ਦੇ ਪਾਠਾਂ ਵਿੱਚ ਉਲਝਾ ਕੇ ਸਾਨੂੰ ਮੂਰਖ ਬਣਾ ਦਿੱਤਾ ਗਿਆ ਹੈ ਅਤੇ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਅਸੀਂ ਗਲਤ ਹਾਂ। ਹਰ ਕੋਈ ਜਿਹੜਾ ਹੈ ਆਪਣੇ ਆਪ ਨੂੰ ਕਹਿ ਰਿਹਾ ਕਿ ਗੁਰਮਤਿ ਅਨੁਸਾਰ ਮੈਂ ਬੋਲ ਰਿਹਾ, ਮੇਰੇ ਵਿਚਾਰ ਗੁਰਮਤਿ ਅਨੁਸਾਰ ਹਨ, ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਹਨ। ਲੇਕਿਨ ਸਾਨੂੰ ਇਹ ਨਹੀਂ ਸਮਝ ਆਉਂਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਜੋ ਵਿਚਾਰਧਾਰਾ ਹੈ ਉਹ ਕੀ ਹੈ, ਕਿਉਂਕਿ ਅਸੀਂ ਆਪ ਪੜ੍ਹਦੇ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ, ਅਸੀਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਇਸ ਕਰਕੇ ਇਹ ਜਿਹੜੇ ਪ੍ਰਚਾਰਕ ਸੈਲਫ ਮੇਡ ਪ੍ਰਚਾਰਕ ਹਨ, ਜਿਨ੍ਹਾਂ ਨੂੰ ਕੋਈ ਗੁਰਬਾਣੀ ਦਾ ਅਧਿਐਨ ਨਹੀਂ, ਉਹਨਾਂ ਦਾ ਆਪਣਾ ਹੀ ਏਜੰਡਾ ਹੈ ਕਿ ਉਹਨਾਂ ਦਾ ਹਲਵਾ ਮਾਂਡਾ ਚੱਲਦਾ ਰਹੇ, ਉਹਨਾਂ ਨੇ ਹੀ ਮਿਸਗਾਈਡ ਕਰਕੇ ਸਾਨੂੰ ਅਲੱਗ ਜਿਹੀ ਜਿਹੜੀ ਹਾਈਜੈਕ ਸਿੱਖੀ ਹੈ ਉਹ ਸਾਡੇ ਪੱਲੇ ਪਾ ਦਿੱਤੀ, ਜਿਹੜੀ ਕਿ ਕਰਮ ਕਾਂਡਾਂ ਨਾਲ ਭਰੀ ਹੋਈ ਹੈ। ਗੁਰਦੁਆਰੇ ਅੱਜ ਪ੍ਰਬੰਧਕਾਂ ਲਈ ਵਪਾਰ ਦਾ ਕੇਂਦਰ ਬਣ ਚੁੱਕੇ ਹਨ। ਪ੍ਰਧਾਨਾਂ ਅਤੇ ਸਕੱਤਰਾਂ ਦਾ ਕੰਮ ਸਿਰਫ ਗੋਲਕ ਭਰਨਾ ਅਤੇ ਲੁੱਟਣਾ ਹੀ ਬਣ ਗਿਆ। ਸਿੱਖੀ ਆਪਣੇ ਅਸਲੀ ਤੱਤਾਂ ਤੋਂ ਸਖਣੀ ਹੋ ਚੁੱਕੀ ਹੈ। ਮਾਫ ਕਰਨਾ, ਇਹ ਜੋ ਵਿਚਾਰ ਹਨ ਇਹ ਸਖਤ ਹਨ ਲੇਕਿਨ ਇੱਕ ਸੱਚ ਹਨ। ਸਾਨੂੰ ਸੱਚ ਨੂੰ ਐਕਸੈਪਟ ਕਰਨ ਦੀ ਆਦਤ ਜਿਹੜੀ ਹੈ ਬਣਾ ਲੈਣੀ ਚਾਹੀਦੀ ਹੈ। ਲੋਕ ਪੈਸੇ ਦੇ ਕੇ ਧਰਮ ਖਰੀਦ ਰਹੇ ਹਨ, ਬੈਠੇ ਕਿਤੇ ਹਨ, ਪਾਠ ਕਿਤੇ ਹੋ ਰਿਹਾ ਹੈ, ਕੀਰਤਨ ਕਿਤੇ ਹੋ ਰਿਹਾ ਹੈ, ਲੇਕਿਨ ਉਹਨਾਂ ਨੂੰ ਈਮੇਲ ਦੇ ਉੱਪਰ ਹੁਕਮਨਾਮਾ ਔਰ ਭੇਜਿਆ ਜਾ ਰਿਹਾ ਹੈ ਕਿ ਆਪ ਜੀ ਦਾ ਪਾਠ ਹੋ ਗਿਆ ਤੇ ਇਹ ਮਹਾਰਾਜ ਦਾ ਹੁਕਮਨਾਮਾ ਆਪ ਜੀ ਨੂੰ ਜਿਹੜਾ ਮਿਲ ਰਿਹਾ ਹੈ। ਇਹ ਪਿਓਰ ਟ੍ਰੇਡਿੰਗ ਹੈ, ਪਿਓਰ ਵਪਾਰ ਹੈ, ਜਿਹੜਾ ਕਿ ਗੁਰਮਤਿ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨਹੀਂ ਹੈ। ਆਪ ਜਪੇ ਅਵਰਾ ਨਾਮ ਜਪਾਏ ਦੀ ਗੱਲ ਹੈ ਕਿ ਆਪ ਜੇ ਪੜਾਂਗੇ ਅਸੀਂ ਤੇ ਜਿਵੇਂ ਮਹਾਰਾਜ ਨੇ ਬਾਣੀ ਸਾਨੂੰ ਕਿਹਾ ਹੈ ਕਿ ਸੁਨੰਤ ਕਹਿਤ ਸਭੇ ਸੁਖ ਪਾਵੇ, ਮਾਨਤ ਪਾਏ न ਜਾਣਾ, ਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹੇ ਪਿੱਛੇ ਪਿਛਦਾ ਹੈ, ਜਿਹੜਾ ਪੜ ਕੇ ਸੁਣ ਕੇ ਸਮਝ ਕੇ ਮੰਨੇਗਾ ਉਸ ਨੂੰ ਹੀ ਜਿਹੜਾ ਹੈ ਉਹ ਗੁਰਬਾਣੀ ਦੇ ਵਿੱਚੋਂ ਰਤਨ ਜਵਾਹਰ ਮਾਨਕ ਜਿਹੜੇ ਹਨ ਉਹ ਉੱਤਮ ਵਿਚਾਰ ਪ੍ਰਾਪਤ ਹੋਣਗੇ। ਕੰਚਨ ਸਿਉ ਪਾਈਏ ਨਹੀਂ ਤੋਰ, ਗੁਰਬਾਣੀ ਦਾ ਫਰਮਾਨ ਹੈ, ਮਨ ਦੇ ਰਾਮ ਲਿਆ ਹੈ ਮੋਰ। ਮਨ ਤੇ ਸਾਡਾ ਐਬਸੈਂਟ ਹੈ, ਸਰੀਰਕ ਤੌਰ ਤੇ ਵੀ ਅਸੀਂ ਐਬਸੈਂਟ ਹਾਂ। ਅਗਰ ਸਰੀਰ ਬੈਠਾ ਵੀ ਹੋਇਆ ਤਾਂ ਵੀ ਅਸੀਂ ਬਾਣੀ ਨੂੰ ਸਮਝ ਨਹੀਂ ਰਹੇ, ਅਸੀਂ ਕੇਵਲ ਸੁਣ ਰਹੇ ਹਾਂ। ਉਹ ਇਸ ਤਰ੍ਹਾਂ ਸੁਣਿਆ ਹੋਵੇ ਜੇ ਕਿਸੇ ਨੂੰ ਜਿਸ ਕਿਸੇ ਨੂੰ ਅੰਗਰੇਜ਼ੀ ਨਾ ਆਉਂਦੀ ਹੋਵੇ ਉਹ ਅੰਗਰੇਜ਼ੀ ਦੀ ਕਲਾਸ ਵਿੱਚ ਬੈਠਾ ਰਵੇ ਤੇ ਬਾਅਦ ਚ ਕਹੇ ਕਿ ਮੈਂ ਤੇ ਸਾਰੀਆਂ ਕਲਾਸਾਂ ਅਟੈਂਡ ਕੀਤੀਆਂ ਨੇ, ਲੇਕਿਨ ਜੋ ਰਿਜ਼ਲਟ ਹੋਏਗਾ ਉਹ ਅਸੀਂ ਤੁਸੀਂ ਸਾਰੇ ਸਮਝ ਸਕਦੇ ਹਾਂ। ਤਾਂ ਜਿੱਥੇ ਮਨ ਦੇਣਾ ਸੀਗਾ, ਮਨ ਦੀ ਥਾਂ ਤੇ ਅਸੀਂ ਧਨ ਦੇਣਾ ਸ਼ੁਰੂ ਕਰਤਾ ਕਿ ਮੇਰੇ ਤੋਂ ਧਨ ਲੈ ਲਓ, ਮਨ ਮੈਂ ਨਹੀਂ ਦਿਆਂ। ਅਸੀਂ ਗੁਰਬਾਣੀ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ, ਤੇ ਹੁਕਮ ਅਸੀਂ ਮੰਨਣਾ ਨਹੀਂ,
ਅਸੀਂ ਕਿਹਾ ਵੀ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਲੇਕਿਨ ਕਬਜ਼ਾ ਮੇਰਾ। ਕਿ ਤਨ ਦੇ ਉੱਪਰ ਵੀ ਮੇਰਾ ਕਬਜ਼ਾ ਹੈ, ਧਨ ਦੇ ਉੱਪਰ ਵੀ ਮੇਰਾ ਕਬਜ਼ਾ ਹੈ, ਤੇ ਮਨ ਦੇ ਉੱਪਰ ਵੀ ਮੇਰਾ ਕਬਜ਼ਾ ਹੈ। ਉਹ ਮੈਂ ਤੁਹਾਨੂੰ ਦੇਣਾ ਨਹੀਂ। ਅਸੀਂ ਆਪਣਾ ਮਨ ਤੁਹਾਨੂੰ ਸਮਰਪਣ ਨਹੀਂ ਕਰਨਾ। ਧਨ ਦੇ ਕਰਕੇ ਅਸੀਂ ਗੁਜ਼ਾਰਾ ਕਰ ਲੈਣੇ। तो 1429 ਪੰਨਿਆਂ ਵਿੱਚ ਅੰਕਿਤ ਗੁਰਬਾਣੀ ਜੋ ਕੁਝ ਵੀ ਸਾਨੂੰ ਕਰਨ ਦਾ ਜਾਂ ਨਾ ਕਰਨ ਦਾ ਉਪਦੇਸ਼ ਦਿੰਦੀ ਹੈ, ਅੱਜ ਅਸੀਂ ਬਿਲਕੁਲ ਉਸ ਦੇ ਉਲਟ ਕਰ ਰਹੇ ਹਾਂ। ਇਹ ਹੈ ਉਧਾਲੀ ਹੋਈ ਸਿੱਖੀ ਜੋ ਇਸ ਦੇ ਦੁਸ਼ਮਣਾਂ ਦੇ ਸੂਤਰ ਵਿੱਚ ਬੱਝੀ ਹੋਈ ਹੈ। ਉਧਾਲੀ ਹੋਈ ਸਿੱਖੀ ਵਿੱਚ ਬੱਝਿਆ ਹੋਇਆ ਸਿੱਖ ਅੱਜ ਉੱਪਰ ਵੱਲ ਮੂੰਹ ਚੁੱਕ ਕੇ ਸਵਰਗ ਵੱਲ ਤੱਕਦਾ ਹੈ। ਬ੍ਰਾਹਮਣੀ ਮਤ ਅਨੁਸਾਰ ਪੈਦਾ ਕੀਤੇ ਦੇਵੀ ਦੇਵਤਿਆਂ ਤੋਂ ਆਪਣੀਆਂ ਮਨੋਕਾਮਨਾ ਪੂਰੀਆਂ ਕਰਵਾਉਣ ਲਈ ਪੈਸੇ ਦੇ ਕੇ ਅਰਦਾਸਾਂ ਕਰਵਾਉਂਦਾ ਹੈ। ਗੁਰਬਾਣੀ ਦਾ ਮੰਤਰ ਪਾਠ ਕਰਵਾ ਕੇ ਮਾਇਆ ਦੇ ਗੱਭੇ ਮਿਲਣ ਦੀਆਂ ਅਰਦਾਸਾਂ ਕਰਵਾਉਂਦਾ ਹੈ। ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਵਾਲੀ ਗੱਲ ਹੋ ਰਹੀ ਹੈ। ਪੁਜਾਰੀ ਉਸਦੀ ਜੇਬ ਖਾਲੀ ਕਰਕੇ ਆਪਣੇ ਖਜ਼ਾਨੇ ਜਿਹੜੇ ਹਨ ਉਹ ਭਰ ਰਹੇ ਹਨ, ਜੋ ਉਸ ਨੂੰ ਨਜ਼ਰ ਨਹੀਂ ਆਉਂਦੇ। ਉਧਾਲੀ ਹੋਈ ਸਿੱਖੀ ਦੇ ਪੈਮਾਨੇ ਦੇ ਅੰਦਰ ਅੱਜ ਦਾ ਸਿੱਖ ਆਪਣੇ ਕੀਤੇ ਹੋਏ ਮਾੜੇ ਕੰਮਾਂ, ਅਪਰਾਧਾਂ, ਜ਼ੁਲਮਾਂ ਅਤੇ ਠੱਗੀਆਂ, ਧੋਖਿਆਂ ਨੂੰ ਕੀਤੇ ਅਖੌਤੀ ਧਾਰਮਿਕ ਕਰਮ ਕਾਂਡਾਂ ਨੂੰ ਕਰਕੇ ਮੁਕਤ ਹੋਣਾ ਸਮਝਦਾ ਹੈ, ਜੋ ਗੁਰੂ ਨਾਨਕ ਪਾਤਸ਼ਾਹ ਦੇ ਫਰਮਾਨਾਂ ਤੋਂ ਬਿਲਕੁਲ ਵਿਪਰੀਤ ਹੈ, ਬਿਲਕੁਲ ਉਲਟ ਹੈ। ਹਾਈਜੈਕ ਕੀਤੀ ਹੋਈ ਸਿੱਖੀ ਸਾਨੂੰ ਗਿਆਨ ਪ੍ਰਾਪਤ ਕਰਨ ਦੀ ਬਜਾਏ ਅੰਨੀ ਸ਼ਰਧਾ ਵੱਲ ਧਕੇਲ ਰਹੀ ਹੈ। ਸਿੱਖ ਧਰਮ ਦੇ ਗੁਰਦੁਆਰੇ ਸਿੱਖਿਆ ਕੇਂਦਰ ਨਾ ਹੋ ਕੇ ਪੁਜਾਰੀਆਂ ਦੇ ਫਰਮਾਨ ਕੇਂਦਰ ਬਣ ਚੁੱਕੇ ਹਨ। ਸਾਡੇ ਪੰਜੇ ਤਖਤਾਂ ਦੇ ਪ੍ਰਭਾਵਸ਼ਾਲੀ ਪੁਜਾਰੀ ਹਰ ਵਕਤ ਉਸ ਹਰ ਵਿਅਕਤੀ ਨੂੰ ਸਿੱਖ ਧਰਮ ਤੋਂ ਬਾਹਰ ਕੱਢਣ ਦਾ ਫਰਮਾਨ ਕਰਨ ਲਈ ਤਤਪਰ ਰਹਿੰਦੇ ਹਨ, ਜੋ ਉਧਾਲੀ ਹੋਈ ਸਿੱਖੀ ਤੇ ਗੁਰਬਾਣੀ ਮੁਤਾਬਕ ਕਿਸੇ ਕਿਸਮ ਦਾ ਸਵਾਲ ਖੜਾ ਕਰਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖਤਾ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਪਰਮਾਤਮਾ ਹਰ ਜੀਵ ਜੰਤੂ ਦੇ ਅੰਦਰ ਹੈ, ਹਰ ਕਿਸਮ ਦੀ ਬਨਸਪਤੀ ਦੇ ਅੰਦਰ ਹੈ। ਜਿਵੇਂ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ ਲਖਿਆ, ਜੇਤਾ ਕੀਤਾ ਤੇਤਾ ਨਾਮ, ਬਿਨ ਨਾਵੇਂ ਨਾਹੀ ਕੋ ਥਾਉ। ਕਿ ਕੋਈ ਐਸੀ ਜਗ੍ਹਾ ਹੈ ਹੀ ਨਹੀਂ ਕਿ ਜਿੱਥੇ ਤੇਰੀ ਵਡਿਆਈ ਨਾ ਹੋਵੇ, ਜਿੱਥੇ ਤੂੰ ਮੌਜੂਦ ਨਾ ਹੋਵੇ। ਜਰੇ ਜਰੇ ਵਿੱਚ ਤੂੰ ਮੌਜੂਦ ਹੈ, ਹਰ ਪ੍ਰਾਣੀ ਮਾਤਰ ਵਿੱਚ, ਹਰ ਪਸ਼ੂ ਪਕਸ਼ੀ ਦੇ ਵਿੱਚ, ਸਭ ਜਗ੍ਹਾ ਦੇ ਉੱਪਰ, ਸਾਰੀ ਕੁਦਰਤ ਵਿੱਚ ਤੂੰ ਵਸਿਆ ਹੋਇਆ ਹੈ। ਇਸ ਕਰਕੇ ਜੋ ਕੁਝ ਵੀ ਸਾਨੂੰ ਜਨਮ ਸਮੇਂ ਤੋਂ ਪ੍ਰਾਪਤ ਹੋਇਆ ਹੈ, ਉਸ ਤੋਂ ਵੀ ਕਿਤੇ ਵੱਧ ਇਸ ਸੰਸਾਰ ਨੂੰ ਹੋਰ ਸੋਹਣਾ ਬਣਾ ਕੇ ਛੱਡ ਜਾਈਏ, ਤਾਂ ਕਿ ਆਉਣ ਵਾਲੀਆਂ ਨਸਲਾਂ ਹੋਰ ਵਧੀਆ ਜੀਵਨ ਜਿਉ ਸਕਣ। ਬਾਬਾ ਜੀ ਦਾ ਆਪਣਾ ਜੀਵਨ ਇੱਕ ਆਦਰਸ਼ਕ ਜੀਵਨ ਹੈ, ਜੋ ਲੋਕਾਂ ਲਈ ਅਦਭੁਤ ਮਿਸਾਲ ਹੈ। ਗੁਰੂ ਗ੍ਰੰਥ ਸਾਹਿਬ ਪੰਨਾ 474 ਤੇ ਰਾਗ ਆਸਾ ਵਿੱਚ ਦਰਜ ਆਪਣੀ ਵਾਰ ਵਿੱਚ ਫਰਮਾਉਂਦੇ ਹਨ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਬਾਬਾ ਜੀ ਨੇ ਆਪਣੀ ਹੱਥੀਂ ਕਰਤਾਰਪੁਰ ਵਿੱਚ ਖੇਤੀ ਕੀਤੀ। ਅਸਲ ਵਿੱਚ ਸਿੱਖੀ ਦੀ ਰੂਹਾਨੀਅਤ ਹੈ ਹੀ ਉਹ ਜੋ ਬਾਬਾ ਜੀ ਨੇ ਆਪ ਕਾਲ ਕਮਾਈ ਕਰਕੇ ਸਾਨੂੰ ਦਿਖਾਈ। ਜੇ ਅਸੀਂ ਆਪ ਕਾਲ ਕਮਾਈ ਕਰੀਏ ਤਾਂ ਸਿੱਖੀ ਦੀ ਰੂਹਾਨੀਅਤ ਦੇ ਹੱਕਦਾਰ ਅਖਵਾ ਸਕਦੇ ਹਾਂ। ਸਿੱਖੀ ਦਿਖਾਵੇ ਦੀ ਹੀ ਨਹੀਂ, ਸਗੋਂ ਆਪਣੇ ਅੰਦਰ ਸ਼ੁਭ ਗੁਣ ਪੈਦਾ ਕਰਕੇ ਮਨੁੱਖਤਾ ਦੀ ਭਲਾਈ ਲਈ ਜੂਝਣਾ ਹੀ ਸਿੱਖੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਏ ਪਾਰ, ਪੰਨਾ 466 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਿੱਖੀ ਬਾਹਰੀ ਨਹੀਂ, ਸਗੋਂ ਅੰਦਰ ਦੇ ਅਗਿਆਨਤਾ ਦੇ ਅੰਧੇਰੇ ਨੂੰ ਖਤਮ ਕਰਨਾ ਹੀ ਸਿੱਖੀ ਹੈ। ਗੁਰਬਾਣੀ ਦਾ ਫਰਮਾਨ ਹੈ, ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ, ਪੰਨਾ 124 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹਨਾਂ ਫਰਮਾਨਾਂ ਦੇ ਉਲਟ ਅੱਜ ਪੁਜਾਰੀ ਦਾ ਫੈਲਾਇਆ ਹੋਇਆ ਝੂਠ, ਕਰਮ ਕਾਂਡ, ਪੂਜਾ ਅਤੇ ਮੰਤਰ ਪਾਠ ਦਾ ਜੋ ਜਾਲ ਵਿਛਾਇਆ ਹੋਇਆ ਹੈ, ਉਸ ਵਿੱਚ ਸਾਰੇ ਅਸੀਂ ਫਸੇ ਹੋਏ। ਉਹ ਸਾਡੇ ਗਿਆਨ ਵਿੱਚ ਵਾਧਾ ਨਾ ਕਰਕੇ ਸਗੋਂ ਸਾਨੂੰ ਅਗਿਆਨਤਾ ਦੇ ਹਨੇਰੇ ਵਿੱਚ ਧਕੇਲੀ ਜਾ ਰਹੇ ਹਨ। ਅਸੀਂ ਉਸ ਸਭ ਪਾਸੇ ਨੂੰ ਅਪਣਾ ਲਿਆ ਹੈ ਜੋ ਦੂਸਰੇ ਧਰਮਾਂ ਵਿੱਚ ਹੈ, ਤੇ ਅਸੀਂ ਉਸ ਨੂੰ ਸਿੱਖੀ ਸਮਝ ਰਹੇ ਹਾਂ। ਜਿਵੇਂ ਕਿ ਕਿਸੇ ਪ੍ਰਾਣੀ ਦੇ ਮਰਨੇ ਤੇ ਗਰੁੜ ਪੁਰਾਣ ਦਾ ਪਾਠ ਕਰਦੇ ਹਨ, ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਸੜੀਆਂ ਹੋਈਆਂ ਹੱਡੀਆਂ ਨੂੰ ਚੂਣ ਕੇ ਗੰਗਾ ਵਿੱਚ ਸੁੱਟਣ ਜਾਣ ਨੂੰ ਫੁੱਲ ਪਾਉਣਾ ਕਹਿੰਦੇ ਹਨ, ਤੇ ਅਸੀਂ ਵੀ ਕੀਰਤਪੁਰ ਜਾਂ ਹਰੀਕੇ ਪੱਤਨ ਜਾ ਕੇ ਸੜੀਆਂ ਹੋਈਆਂ ਹੱਡੀਆਂ ਨੂੰ ਫੁੱਲ ਪਾਉਣਾ ਕਹਿੰਦੇ ਹਾਂ। ਉਹ ਵੀ ਤੀਰਥ ਯਾਤਰਾ ਕਰਦੇ ਹਨ, ਤੇ ਅਸੀਂ ਵੀ ਉਹ ਵੀ ਸਰੋਵਰਾਂ ਵਿੱਚ ਇਸ਼ਨਾਨ ਕਰਨ ਨੂੰ ਰੂਹਾਨੀਅਤ ਸਮਝਦੇ ਹਨ, ਤੇ ਅਸੀਂ ਵੀ। ਜਦੋਂ ਗੁਰਬਾਣੀ ਦਾ ਸੰਦੇਸ਼ ਉਪਦੇਸ਼ ਹੈ, ਅਨਕ ਜਲਾ ਜੇ ਧੋਵੈ ਦੇਹੀ, ਮੈਲ ਨਾ ਉਤਰੈ ਸ਼ੁੱਧ ਨਾ ਤੇਹੀ।
ਜੋ ਸਿੱਖ ਧਰਮ ਅੱਜ ਸਾਨੂੰ ਦਿਸ ਰਿਹਾ ਹੈ ਇਹ ਲੋਟੂ ਜਮਾਤ ਦਾ ਚਲਾਇਆ ਹੋਇਆ ਹੈ, ਨਾ ਕਿ ਗੁਰੂ ਸਾਹਿਬਾਨ ਦਾ। ਇਸੇ ਨੂੰ ਹੀ ਉਦਾਲੀ ਹੋਈ ਸਿੱਖੀ, ਹਾਈਜੈਕ ਸਿੱਖੀ ਕਿਹਾ ਜਾ ਸਕਦਾ ਹੈ। ਗੁਰੂ ਸਾਹਿਬਾਨ ਨੇ ਸਾਨੂੰ ਕੁਦਰਤ ਨਾਲ ਭਰਪੂਰ ਜੀਵਨ ਜਿਉਣ ਦਾ ਉਪਦੇਸ਼ ਦੇ ਕੇ ਸਮਝਾਇਆ ਹੈ ਕਿ ਕੁਦਰਤ ਨੂੰ ਪਿਆਰ ਕਰਨਾ, ਕੁਦਰਤੀ ਜੀਵਾਂ ਨੂੰ ਸੰਭਾਲਣਾ ਹੀ परमात्मा ਨੂੰ ਪਾਉਣਾ ਹੈ ਤੇ परमात्मा ਤੁਹਾਡੇ ਸਭ ਦੇ ਅੰਦਰ ਹੈ। बाहर ढूंढन ते छूट परे गुरु का ही मैं दिखा लिया था, काहे रे मन खोजन जाई सर्व निवासी सदा लेपा तो ही संग समाई। गुरु तेग बहादुर साहब ने फरमाया ਅਸੀਂ ਅੱਜ ਪਾਠ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੋਹਰੇ ਖੜ ਕੇ ਅਰਜ਼ੋਈਆਂ ਕਰਦੇ ਹਾਂ, ਸਾਡੇ ਖਜ਼ਾਨੇ ਭਰਪੂਰ ਕਰਨੇ, ਪੁੱਤਰ ਦੀ ਦਾਤ ਬਖਸ਼ਿਸ਼ ਕਰਨੀ ਜਾਂ ਸੁਖ ਸ਼ਾਂਤੀ ਰੱਖਣੀ, ਜਦੋਂ ਕਿ ਇਹ ਸਾਡਾ ਆਪਣਾ ਕੰਮ ਹੈ, ਨਾ ਕਿ ਕਿਸੇ ਰੱਬ ਜੀ ਦਾ। ਗੁਰੂ ਸਾਹਿਬਾਨ ਦਾ ਉਪਦੇਸ਼ ਬੰਦੇ ਦੀ ਘਾੜਤ ਕੱਢਣ ਲਈ ਹੈ, ਜਿਸ ਨੂੰ ਅਸੀਂ ਰੂਹਾਨੀਅਤ ਵੀ ਕਹਿ ਸਕਦੇ ਹਾਂ। ਪਰ ਇਸ ਦੇ ਉਲਟ ਪੁਜਾਰੀ ਨੇ ਇੱਟਾਂ, ਪੱਥਰ ਅਤੇ ਸੰਗਮਰਮਰ ਲਾ ਕੇ ਸਾਨੂੰ ਇਸ ਜਾਲ ਵਿੱਚ ਫਸਾ ਲਿਆ ਹੈ ਕਿ ਪਰਮਾਤਮਾ ਇੱਥੇ ਵਸਦਾ ਹੈ। ਹਰ ਗੁਰਦੁਆਰੇ ਵਿੱਚ ਸੱਚਖੰਡ ਵਸਿਆ ਨਿਰੰਕਾਰ ਇੱਕ ਕਮਰੇ ਦੇ ਬਾਹਰ ਲਿਖਿਆ ਮਿਲੇਗਾ। ਇਸ ਤਰ੍ਹਾਂ ਦਾ ਨਿਰੰਕਾਰ ਹੀ ਬਹੁਤੇ ਹਨ ਤੇ ਸੱਚਖੰਡ ਵੀ, ਜੋ ਸਿੱਖ ਧਰਮ ਦੇ ਇੱਕ ਨਿਰੰਕਾਰ ਅਤੇ ਆਕਾਰ ਰਹਿਤ ਪਰਮਾਤਮਾ ਦੇ ਸਿਧਾਂਤ ਨੂੰ ਕੱਟਦਾ ਹੈ। ਸਿੱਖ ਧਰਮ ਅੱਜ ਸਿਆਸੀ ਤਾਕਤ ਅਤੇ ਮਾਇਆ ਇਕੱਠੀ ਕਰਨ ਦਾ ਇੱਕ ਸਾਧਨ ਬਣ ਚੁੱਕਿਆ ਹੈ। ਇਸੇ ਕਰਕੇ ਹੀ ਸਿੱਖੀ ਦੀ ਵਿਲੱਖਣਤਾ ਖਤਮ ਹੋ ਚੁੱਕੀ ਹੈ। ਕਿਸੇ ਵੀ ਧਰਮ ਵਿੱਚ ਜੋ ਕੁਝ ਅੱਜ ਦੇਖਣ ਨੂੰ ਮਿਲਦਾ ਹੈ ਉਹ ਇਹ ਹੈ, ਦਾਨ ਪੁੰਨ ਕਰੋ, ਸਵਰਗ ਜਾਓ, ਦੁੱਖਾਂ ਤਕਲੀਫਾਂ ਤੋਂ ਛੁਟਕਾਰਾ ਮਿਲੇਗਾ ਅਤੇ ਅਗਲੇ ਜਨਮ ਵਿੱਚ ਤੁਸੀਂ ਅਮੀਰ ਹੋਵੋਗੇ। ਜਦੋਂ ਕਿ ਗੁਰਬਾਣੀ ਆਪਾ ਚਿੰਨ੍ਹਣ ਨੂੰ ਕਹਿੰਦੀ ਹੈ, ਬਾਹਰ ਭੀਤਰ ਏਕੋ ਜਾਨਨ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚਿੰਨ੍ਹੈ, ਮਿਟੇ ਨਾ ਭਰਮ ਕੀ ਕਾਈ ਦਾ ਉਪਦੇਸ਼ ਗੁਰਬਾਣੀ ਸਾਨੂੰ ਕਰਦੀ ਹੈ। ਕੁਝ ਸਿੱਖ ਅੱਜ ਬੜੇ ਮਾਣ ਨਾਲ ਕਹਿੰਦੇ ਸੁਣੀ ਜਾਂਦੇ ਹਨ ਕਿ ਸਿੱਖ ਧਰਮ ਹਿੰਦੂ ਧਰਮ ਅਤੇ ਇਸਲਾਮ ਵਿੱਚੋਂ ਚੰਗੇ ਚੰਗੇ ਸਿਧਾਂਤ ਲੈ ਕੇ ਬਣਾਇਆ ਗਿਆ ਹੈ। ਇਸ ਕਰਕੇ ਹੀ ਤਾਂ ਹਿੰਦੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜਵਾਂ ਵੇਦ ਮੰਨਣ ਲਈ ਤਤਪਰ ਹਨ, ਜਦੋਂ ਕਿ ਗੁਰਬਾਣੀ ਕਿਸੇ ਇੱਕੜ ਦੁੱਕੜ ਰਸਮ ਨੂੰ ਛੱਡ ਕੇ ਇਹਨਾਂ ਧਰਮਾਂ ਦੇ ਬਹੁਤੇ ਰੀਤਾਂ ਰਿਵਾਜਾਂ ਨੂੰ ਕੱਟਦੀ ਹੈ। ਜਿਵੇਂ ਜਨੇਊ ਨੂੰ, ਸੁੰਨਤ ਨੂੰ, ਵਿਆਹ ਦੇ ਤੌਰ ਤਰੀਕਿਆਂ ਨੂੰ, ਮਰਨੇ ਪਰਨੇ ਦੀਆਂ ਰਸਮਾਂ, ਤੀਰਥ ਯਾਤਰਾਵਾਂ ਅਤੇ ਖਾਣ ਪੀਣ ਦੇ ਤੌਰ ਤਰੀਕਿਆਂ ਨੂੰ ਰੱਦ ਕਰਨਾ ਆਦਿ। ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਕਿਸੇ ਗ੍ਰੰਥ ਵਿੱਚ ਲਿਖਤ ਨੂੰ ਸਾਬਤ ਕਰਕੇ ਗੁਰੂ ਸਾਹਿਬ ਨੂੰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਦਿਖਾਉਣਾ ਅਤੇ ਦਾੜੀ ਕੇਸਾਂ ਵਾਲੇ ਸਿੱਖ ਦਾ ਇਹ ਮੰਨ ਲੈਣਾ ਕਿ ਗੁਰੂ ਦੀ ਇੱਕ ਕਿਰਤ ਹੈ, ਦੱਸਦਾ ਹੈ ਕਿ ਸਿੱਖ ਅਗਿਆਨਤਾ ਦੇ ਅੰਧੇਰੇ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੇ ਹਨ। ਸਭ ਤੋਂ ਵੱਧ ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਅਤੇ ਸਾਡੇ ਗੁਰਦੁਆਰਿਆਂ ਦੇ ਮੁਖੀ ਅਤੇ ਜਥੇਦਾਰ ਸਿੱਖੀ ਤੋਂ ਕੋਰੇ ਹੀ ਨਹੀਂ, ਸਗੋਂ ਉਹਨਾਂ ਸਾਰੀਆਂ ਅਲਾਮਤਾਂ ਨਾਲ ਵੀ ਨਕੋ ਨਕ ਭਰੇ ਹੋਏ ਹਨ ਜਿਹੜੀਆਂ ਤੋਂ ਬਾਬਾ ਜੀ ਅਸਲ ਸਿੱਖੀ ਮਨਾ ਕਰਦੀ ਹੈ। ਜਦੋਂ ਵੀ ਕੋਈ ਗੁਰਬਾਣੀ ਨੂੰ ਪੜ੍ਹ ਸਮਝ ਕੇ ਅਸਲ ਸਿੱਖੀ ਦਾ ਹੋਕਾ ਦਿੰਦਾ ਹੈ ਤਾਂ ਹਾਈਜੈਕ ਹੋਈ ਸਿੱਖੀ ਦੇ ਸੇਵਕ, ਅਖੌਤੀ ਸਿੱਖ ਮਹਾਂਪੁਰਖ ਉਸ ਦਾ ਮੂੰਹ ਬੰਦ ਕਰਨ ਨੂੰ ਤੁਰ ਪੈਂਦੇ ਹਨ। ਜੇਕਰ ਉਹ ਮੂੰਹ ਬੰਦ ਨਹੀਂ ਕਰਦਾ ਤਾਂ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਤੱਕ ਵੀ ਨੌਬਤ ਪਹੁੰਚ ਜਾਂਦੀ ਹੈ। ਇਸ ਦੇ ਬਾਵਜੂਦ ਵੀ ਉਦਾਲੀ ਹੋਈ ਹਾਈਜੈਕ ਸਿੱਖੀ ਨੂੰ ਮੁੜ ਸੁਰਜੀਤ ਕਰਨ ਦੇ ਉਪਰਾਲੇ ਸਨ 1872 ਨੂੰ ਅੰਮ੍ਰਿਤਸਰ ਵਿੱਚ ਸਿੰਘ ਸਭਾ ਸਥਾਪਿਤ ਕਰਕੇ ਸ਼ੁਰੂ ਕੀਤੇ ਗਏ। 1978 ਵਿੱਚ ਇੱਕ ਹੋਰ ਸਿੰਘ ਸਭਾ ਲਹਿਰ ਹੋਂਦ ਵਿੱਚ ਆਈ, ਜਿਸ ਦੇ ਕਰਤਾ ਧਰਤਾ ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿਸ ਸਿੰਘ ਅਤੇ ਭਾਈ ਕਾਹਨ ਸਿੰਘ ਨਾਭਾ 1978 ਨਹੀਂ, ਮਾਫ ਕਰਨਾ, ਭਾਈ ਕਾਹਨ ਸਿੰਘ ਜੀ ਨਾਭਾ ਅਤੇ ਹੋਰ ਕਈ ਸਾਰੇ ਵਿਦਵਾਨ ਸਨ, ਜਿਨ੍ਹਾਂ ਦਾ ਮੁੱਖ ਮੰਤਵ ਸੀ ਸਾਰੀਆਂ ਰਹੁ ਰੀਤਾਂ ਜੋ ਗੁਰਬਾਣੀ ਦੇ ਉਲਟ ਹਨ ਦੇ ਵਿਰੁੱਧ ਪ੍ਰਚਾਰ ਕਰਨਾ ਅਤੇ ਉਹ ਸਾਰੇ ਗ੍ਰੰਥ ਜੋ ਸਾਡੇ ਗੁਰੂ ਸਾਹਿਬਾਨ ਦੇ ਨਾਮ ਉੱਪਰ ਲਿਖੇ ਗਏ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕਰਨਾ। ਇਹ ਲਹਿਰ ਅੱਜ ਫਿਰ ਤੋਂ ਕਾਫੀ ਜ਼ੋਰ ਫੜਦੀ ਨਜ਼ਰ ਆ ਰਹੀ ਹੈ। ਅੱਜ ਦੇ ਮੀਡੀਆ ਯੁੱਗ ਨੇ ਇਸ ਕੰਮ ਵਿੱਚ ਬਹੁਤ ਸਹਾਇਤਾ ਕੀਤੀ ਹੈ, ਜਿਸ ਕਰਕੇ ਸਿੱਖੀ ਵਿੱਚ ਨਿਖਾਰ ਆਉਂਦਾ ਨਜ਼ਰ ਆ ਰਿਹਾ ਹੈ। ਅਖੌਤੀ ਸਿੱਖੀ ਦੇ ਹਮਾਇਤੀ ਵੀ ਆਪਣਾ ਪੂਰਾ ਜ਼ੋਰ ਲਾ ਰਹੇ ਹਨ, ਪਰ ਸੱਚ ਦੇ ਸਾਹਮਣੇ ਝੂਠ ਟਿਕ ਨਹੀਂ ਸਕਦਾ। ਇਸ ਕਰਕੇ ਆਖਰ ਨੂੰ ਜਿੱਤ ਸੱਚ ਦੀ ਹੀ ਹੋਣ ਦੀ ਸੰਭਾਵਨਾ ਦਿਸਦੀ ਹੈ। ਸਿੱਖੀ ਨੂੰ ਅਗਵਾ ਕਰਨ ਵਾਲੇ ਲੋਕਾਂ ਦਾ ਸਮੂਹ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਤੋਂ ਬਹੁਤ ਦੁਖੀ ਸੀ।
ਉਹਨਾਂ ਨੇ ਮੁਗਲੀਆਂ ਹਕੂਮਤ ਨਾਲ ਮਿਲ ਕੇ ਸਿੱਖੀ ਦਾ ਮਲੀਆ ਮੇਟ ਕਰਨਾ ਚਾਹਿਆ। ਗੁਰੂ ਅਰਜਨ ਦੇਵ ਜੀ ਵਰਗੀ ਸ਼ਖਸੀਅਤ ਨੂੰ ਤਤੀ ਤਵੀ ਤੇ ਬਿਠਾਇਆ, ਸਿਰ 'ਚ ਤੱਤਾ ਰੇਤਾ ਪਾਇਆ ਗਿਆ ਔਰ ਉਹਨਾਂ ਨੂੰ ਜਿਹੜਾ ਹੈ ਰਾਵੀ ਦੇ ਦਰਿਆ ਦੇ ਅੰਦਰ ਰੋੜਿਆ ਗਿਆ। ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪਏ, ਛੋਟੇ ਛੋਟੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਮਾਵਾਂ ਦੇ ਗਲਾਂ ਵਿੱਚ ਹਾਰ ਵੀ ਪਾਏ ਗਏ ਔਰ ਅਨੇਕਾਂ ਜਿਹੜੇ ਹਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ। ਗੁਰੂ ਗੋਬਿੰਦ ਸਿੰਘ ਜੀ ਨੂੰ ਕਿੰਨੇ ਕਸ਼ਟ ਜਿਹੜੇ ਹਨ ਸਹਿਣੇ ਪਏ ਔਰ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦਿਆਂ ਦੀ ਵੀ ਸ਼ਹਾਦਤ ਹੋਈ। ਤੋ ਬੀਬੀਆਂ ਨੇ ਵੀ ਆਪਣਾ ਸਬਰ ਜਿਹੜਾ ਹੈ ਉਹ ਉਸ ਸਮੇਂ ਵਿੱਚ ਬੜਾ ਕਾਇਮ ਰੱਖਿਆ ਤੇ ਸਵਾ ਮਨ ਕੱਚਾ ਪੀਹਣ ਵੀ ਪਿਸਵਾਇਆ ਗਿਆ ਉਹਨਾਂ ਬੀਬੀਆਂ ਕੋਲੋਂ। ਉਪਰੀਆਂ ਵੀ ਲੋਹਾਈਆਂ ਗਈਆਂ ਗੁਰਸਿੱਖਾਂ ਦੀਆਂ। ਭਾਈ ਮਤੀ ਦਾਸ ਜੀ ਵਰਗੇ ਵਿਦਵਾਨ ਜਿਹੜੇ ਹਨ ਉਹਨਾਂ ਨੂੰ ਆਰਿਆਂ ਨਾਲ ਚੀਰਿਆ ਗਿਆ। ਬੰਦ ਵੀ ਕੱਟੇ ਗਏ ਭਾਈ ਬੰਦਾ ਸਿੰਘ ਬਹਾਦਰ ਦੇ, ਭਾਈ ਮਨੀ ਸਿੰਘ ਜੀ ਦੇ, ਅਤੇ ਦੇਗਿਆਂ ਵਿੱਚ ਭਾਈ ਦਿਆਲਾ ਜੀ ਨੂੰ ਉਬਾਲਿਆ ਗਿਆ, ਗੁਰੂ ਅਰਜਨ ਦੇਵ ਜੀ ਨੂੰ ਉਬਾਲਿਆ ਗਿਆ, ਪਰ ਕਿਸੇ ਨੇ ਹਕੂਮਤ ਦੇ ਜ਼ੋਰ ਅੱਗੇ ਸਿਰ ਨਹੀਂ ਨਿਵਾਇਆ। ਪਰ ਉਹ ਸਿੱਖੀ ਦੇ ਸਿਧਾਂਤਾਂ ਤੇ ਅਡੋਲ ਰਹੇ, ਭਾਵੇਂ ਕਿੰਨੇ ਵੀ ਸਰੀਰਕ ਕਸ਼ਟ ਉਹਨਾਂ ਨੂੰ ਸਹਿਣੇ ਪਏ। 1906 ਈਸਵੀ ਤੋਂ ਪਹਿਲਾਂ ਸਿੱਖ ਇਤਿਹਾਸ ਵਿੱਚ ਇੱਕ ਵੀ ਸੰਤ ਸਾਧ ਦਾ ਵਰਣਨ ਨਹੀਂ ਹੁੰਦਾ। ਅੰਗਰੇਜ਼ਾਂ ਨੇ 1906 ਈਸਵੀ ਵਿੱਚ 5 ਕਿਸਮ ਦੇ ਜਿਹੜੇ ਹਨ ਉਹ ਸੰਤ ਜਿਹੜੇ ਹਨ ਉਹ ਚਾਲੂ ਕੀਤੇ, ਇੰਟਰੋਡਿਊਸ ਕੀਤੇ। ਉਸ ਤੋਂ ਬਾਅਦ ਕਈ ਹੋਰ ਜਿਹੜੇ ਹਨ, ਨੂਰ ਮਲੀਏ, ਸਿਰਸੇ ਵਾਲੇ, ਹਰਿਆਣੇ ਵਿੱਚ ਦੁੱਧ ਨਾਲ ਨਹਾਉਣ ਵਾਲੇ ਅਤੇ ਰਾਮਪਾਲ ਅਤੇ ਛੋਟੇ ਮੋਟੇ ਪਤਾ ਨਹੀਂ ਹੋਰ ਕਿੰਨੀ ਕਿਸਮ ਦੇ ਸਾਧ ਪੈਦਾ ਕਰਕੇ ਜਨਤਾ ਨੂੰ ਲੁੱਟਿਆ। ਅੱਜ ਦੇ ਹਕੂਮਤੀਆਂ ਨੇ ਗੁਰਦੁਆਰਿਆਂ ਵੀ ਦਾੜੀ ਕੇਸਾਂ ਵਾਲੇ ਸਿੱਖੀ ਵਿਰੋਧੀ ਲੋਕ ਵਾੜੇ ਹੋਏ ਹਨ ਜੋ ਲਗਾਤਾਰ ਆਪਣਾ ਕੰਮ ਕਰੀ ਜਾ ਰਹੇ ਹਨ। ਪੁਰਾਣੇ ਜ਼ਮਾਨੇ ਦੀ ਮੁਗਲੀਆ ਅਤੇ ਅੰਗਰੇਜ਼ ਹਕੂਮਤ ਵੀ ਸਿੱਖ ਵਿਚਾਰਧਾਰਾ ਦੀ ਪੱਕੀ ਦੁਸ਼ਮਣ ਰਹੀ ਹੈ। ਉਸੇ ਹੀ ਤਰ੍ਹਾਂ ਤੇ ਅਜੋਕੀ ਸਰਕਾਰ ਵੀ ਕੰਮ ਕਰ ਰਹੀ ਹੈ। ਇਸ ਨੇ ਨਿਰਮਲੇ ਸੰਤਾਂ, ਪਗੜੇ ਕੱਪੜਿਆਂ ਵਾਲੇ ਸਾਧਾਂ, ਚਿੱਟ ਕੱਪੜੀਏ, ਬਾਬੇ ਅਤੇ ਡੇਰਾਦਾਰ ਪੈਦਾ ਕਰਕੇ ਸਿੱਖੀ ਨੂੰ ਖਤਮ ਕਰਨ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਜਿਤਨੇ ਚਿਰ ਅਸੀਂ ਰਲ ਮਿਲ ਕੇ ਸਿੱਖੀ ਨੂੰ ਇਹਨਾਂ ਕੋਲੋਂ ਆਜ਼ਾਦ ਨਹੀਂ ਕਰਵਾ ਲੈਂਦੇ, ਉਤਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਬਾਬੇ ਦੇ ਪਰਉਕਾਰ ਕਹਾਣ ਦੇ ਹੱਕਦਾਰ ਨਹੀਂ। ਆਓ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਅਤੇ ਬਾਬਾ ਜੀ ਦੇ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਨੂੰ ਆਪ ਸਮਝੀਏ, ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ ਔਰ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਢਾ ਕੇ ਇਸ ਵਿਚਾਰਧਾਰਾ ਨੂੰ, ਬਾਬਾ ਨਾਨਕ ਨੇ ਕਿਹਾ ਸੀ ਘਰ ਘਰ ਅੰਦਰ ਧਰਮਸਾਲ, ਭਾਈ ਗੁਰਦਾਸ ਜੀ ਦੇ ਮੁਤਾਬਕ ਆਓ ਉਹਨਾਂ ਨੂੰ ਘਰ ਘਰ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰਧਾਰਾ ਨੂੰ, ਸਿੱਖੀ ਨੂੰ ਫੈਲਾਈਏ। ਤੁਹਾਡੇ ਸਭ ਦੇ ਸਾਥ ਦੀ ਮੰਗ ਕਰਦੇ ਹੋਏ ਇਹ ਵੀਰ ਜੀ ਨੇ ਆਪਣਾ ਜਿਹੜਾ ਹੈ ਆਰਟੀਕਲ ਜਿਹੜਾ ਹੈ ਉਹ ਸਮਾਪਤ ਕੀਤਾ ਹੈ। ਤੋ ਵਿਚਾਰ ਕਰਦੇ ਹੋਈਆਂ ਅਨੇਕਾਂ ਭੁੱਲਾਂ ਦੀ ਦਾਸ ਖਿਮਾ ਮੰਗਦਾ ਹੈ ਔਰ ਇਸ ਵਿੱਚ ਜੋ ਵਿਚਾਰ ਦਿੱਤੇ ਗਏ ਮੈਂ ਬੇਨਤੀ ਕਰਾਂਗਾ ਕਿ ਸਾਰੇ ਹੀ ਅਸੀਂ ਉਸ ਨੂੰ ਆਪਣੇ ਮਨ ਦੇ ਵਿੱਚ ਵਸਾਈਏ ਔਰ ਉਸ ਅਨੁਸਾਰ ਆਪਣੀ ਆਪਣੀ ਜ਼ਿੰਮੇਵਾਰੀ ਸੰਭਾਲ ਕੇ ਇਸ ਗੁਰੂ ਨਾਨਕ ਦੀ ਸਿੱਖੀ ਨੂੰ ਅੱਗੇ ਫੈਲਾਉਣ ਦਾ ਕੰਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ